ਸਾਹਿਬ ਹੋਏ ਦਿਆਲ ਕਿਰਪਾ ਕਰੇ। ਸਾਈਂ ਕਾਰ ਕਰਾਏ ਸੀ ਸੋ ਸੇਵਕ सेवा करे। जिसनों हुक्म मनाए सी हुक्म मन्या होवा प्रवान ता खसमे का महल पाए सी। खसमे भावा सो करे मन चिंदिया फल पाए सी। दरगाह दरगाह पैदा जाए से। सतगुरु जी कहते सह होए दयाल जो रब खुश हुंदा ना उदों सतसंग दे मेल दा बंदे दा फुरना बनदा। ये रब खुश हुंदा। होए कृपाल स्वामी मेरा संता संग बिहा। जो रब खुश हुंदा ना उदों फिर सतसंग दा बंदे दा फुरना बनदा। जिन्ने तुसी आए हैं तुसी कहो रब खुश है साडे ते तां असीं इत्थे चल के आए हैं। रब की नाराजगी बई जाना तो असीं चलो की करना भी एवें सवाकाल पै जाने पै उत्थे किहड़ा आपां नूं कोई जानदा जां कोई दोस्त होवे जां सत्कार होवे जां घर दे नालों जल पानी चंगा होवे। ये रब की नाराजगी दीयां गल्लां। तो शरीर भज्या टुटिया होवे ते फुरना बन जे होवे ओहदी मेहर भी मना पए की करांगे चल इशनान करिए दर्शन करांगे। ये दरबार गुरु नानक दे दरबार गुरु साहब दा वचन 100 जन्म दा पापी होवे ना एक अद्धा कोई पुन्न होवे नहीं उहदा मित्र पुन्ना वाला होवे वो कहे नहीं मैं तेन लेके ही जाना लेके 100 जन्म का पापी होवे कि ना माड़ा मोटा इशनान करके ना कि आ जाए सही। कहते जदों इत्थे आन के बैठेगा कीर्तन सुनेगा गुरु साहब के दर्शन करेगा बचन सुनेगा हुक्मनामा सुनेगा किन्ना कुछ है वेखो। अरदास विच शामिल होवेगा जदों मत्था टेक के घर नूं जावेगा ना कल नालों तेरे दुगने पुन्न बने होणगे। ते जिवें शरीर आया हो जाएगा जिवें गेंदे का फुल हुंदा इन्ना हौला भार ले जाएगा पापां दा। भगत जी कहंदे है एक तो दूने होण तिन्हां दे एक तो दूने होण तिन्हां दे। हजूर मोहर लाउंदे आ जेड़े साध संग विच आउंदे उन्होंने एक तो दुगड़े पुन्न बन जाते हैं। साध संग चल के आन के बह जाते बैठ ही जाना। दूने तो चौने जेड़े जाए घाल सेवा कमाउंदे आन के प्रबंधक बंदे इत्थे कोई लंगर की सेवा कोई जोड़ा घर की सेवा चलो समा थोड़ा भी कोई सेवा कर दिया उन्होंने फिर दुगने पुन्न बन जाते। दूने तो चौने
ਜਿਹੜੇ ਗੁਰ ਕਾ ਬਚਨ ਕਮਾਉਂਦੇ ਐਂ ਟਿਕਾ ਕੇ ਬਹਿ ਜਾਂਦੇ ਆ ਸਮਾਧੀ ਲਾ ਕੇ। ਭਾਈ ਗੁਰਦਾਸ ਜੀ ਨੇ ਇੱਕ ਤੁਕ ਲਿਖੀ ਆ ਪੰਗਤੀ। ਭਾਈ ਗੁਰਦਾਸ ਜੀ ਕਹਿੰਦੇ ਕੀ ਕਹਿੰਦੇ ਚੰਦ ਹੈ। ਭਾਈ ਗੁਰਦਾਸ ਜੀ ਕਹਿੰਦੇ ਚੰਦ ਚਕੋਰ ਪ੍ਰੀਤ ਹੈ। ਸਿੱਖ ਦਾ ਬੈਠਣਾ ਐ ਹੋਣਾ ਚਾਹੀਦਾ, ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ। ਚਕੋਰ ਦੀ ਜਿਹੜੀ ਖੁਰਾਕ ਆ ਨਾ, ਚੰਦ ਦੀ ਜਿਹੜੀ ਲੋਹ ਹੈ, ਚੰਦ ਦਾ ਉਹੀ ਆ ਬਸ। ਚਕੋਰ ਨੇ ਖੁੱਡ 'ਚ ਵੜ ਜਾਣਾ, ਮਿੱਟੀ ਦੀ ਖੁੱਡ ਪੱਟੀ ਹੁੰਦੀ ਉਹਦਾ ਘੋਰ ਨਾਲ। ਜਦੋਂ ਚੰਦ ਚੜ੍ਹਦਾ ਨਾ, ਚੰਦ ਤਾਂ ਬੇਪਰਵਾਹ, ਜੋ ਚੰਦ ਚੜ੍ਹਦਾ ਉਦੋਂ ਅੱਖਾਂ ਖੋਲ ਲੈਂਦਾ, ਪਹਿਲਾਂ ਅੱਖਾਂ ਬੰਦ ਰੱਖਦਾ। ਜਦੋਂ ਚੰਦ ਚੰਦ ਵੱਲ ਵੇਖਦਾ ਨਾ, ਵੇਖੀ ਜਾਂਦਾ, ਵੇਖੀ ਜਾਂਦਾ, ਵੇਖਿਓ ਹੀ ਜਾਂਦਾ। ਤੇ ਜਿਉਂ ਜਿਉਂ ਚੰਦ ਗਾਹ ਨੂੰ ਜਾਂਦਾ ਤਿਉਂ ਤੇ ਧੌਣ ਘੁੰਮਦਾ ਜਾਂਦਾ। ਜਦੋਂ ਚੰਦ ਦੀ ਲੋਹ ਖਤਮ ਹੋ ਜਾਂਦੀ ਹੈ, ਉਦੋਂ ਪਿੱਛੇ ਖੁੱਡ 'ਚ ਵੜ ਜਾਂਦਾ ਤੇ ਅੱਖਾਂ ਬੰਦ ਕਰ ਲੈਂਦਾ। ਭਾਈ ਗੁਰਦਾਸ ਜੀ ਕਹਿੰਦੇ ਸਿੱਖ ਦੀ ਪ੍ਰੀਤੀ ਇੰਨੀ ਹੋਣੀ ਚਾਹੀਦੀ ਹੈ, ਚੰਦ ਚਕੋਰ ਪ੍ਰੀਤ ਹੈ। ਸਿੱਧਾ ਨਹੀਂ ਬੋਲਣਾ ਚੰਦ ਚਕੋਰ ਪ੍ਰੀਤ, ਇਉਂ ਨਹੀਂ ਕਹਿਣਾ, ਇਉਂ ਕਹਿਣਾ ਚੰਦ ਚਕੋਰ ਪ੍ਰੀਤ ਹੈ। ਚੰਦ ਦੀ ਪ੍ਰੀਤੀ ਨਹੀਂ ਕਹਿਣਾ, ਚਕੋਰ ਦੀ ਕਹਿਣਾ। ਸਿੱਖ ਦੀ ਪ੍ਰੀਤੀ ਗੁਰੂ ਦੇ ਨਾਲ ਕਹਿਣਾ ਆਪਾਂ, ਗੁਰੂ ਦੀ ਪ੍ਰੀਤੀ ਨਹੀਂ ਕਹਿਣੀ। ਸਿੱਖ ਦੀ ਪ੍ਰੀਤੀ ਗੁਰੂ ਨਾ ਹੋਵੇ ਫਿਰ ਸਿੱਖ ਹੈ ਪੂਰਾ ਧਣੀ। ਚੰਦ ਇੱਥੇ ਵਿਸਰਾਮ ਦੇਣਾ, ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ। ਇਹ ਵਾਕ ਨਿਹਾਲ ਉਹਦੀ ਖੁਰਾਕ ਇਹੀ ਹੈ। ਇੱਥੇ ਬਹੁਤ ਗਰਮ ਬੈਠੇ ਹੈ, ਆਣ ਕੇ ਬਹਿ ਜਾਂਦੇ, ਪ੍ਰਸ਼ਾਦਾ ਕਈ ਛਕੇ ਆਉਂਦੇ ਆ, ਕਈ ਕਹਿੰਦੇ ਕੋਈ ਨਹੀਂ ਭੁੱਖ ਹੀ ਹੈ ਨਹੀਂ, ਫਿਰ ਛਕ ਲਾਂਗੇ। ਮਗਰੋਂ ਜਾਣ ਲੱਗੇ 2 ਪ੍ਰਸ਼ਾਦੇ ਛਕ ਲਾਂਗੇ, ਬਹਿ ਜਾਂਦੇ ਆਣ ਕੇ। ਇਵੇਂ ਹਜ਼ੂਰ ਕਹਿੰਦੇ ਇੱਕ ਤੋਂ ਦੂਣੇ ਹੋਣ ਤਿੰਨਾਂ ਦੇ, ਸਾਧ ਸੰਗ ਚੱਲ ਜਾਏ ਜੜਦੇ। ਜਿਹੜੇ ਬਾਅਦ ਜੁੜ ਕੇ ਬਹਿ ਜਾਂਦੇ ਐ ਸਮਾਧੀ ਲਾ ਕੇ, ਇੱਕ ਤੋਂ ਦੁੱਗਣੇ ਪੁੰਨ ਬਣ ਜਾਂਦੇ। ਇੱਕ ਪੁੰਨ ਉਹਨੂੰ ਲਿਆਇਆ ਤੇ ਸੌਦਾ ਹੋ ਗਿਆ ਉਹਦਾ, ਉਹ ਆਣ ਕੇ ਸਮਾਧੀ ਲਾ ਕੇ ਬਹਿ ਗਿਆ। ਜਦੋਂ ਉੱਠ ਕੇ ਜਾਊਗਾ ਨਾ, ਕੱਲ ਨਾਲ ਉਹਦੇ ਦੁੱਗਣੇ ਪੁੰਨ ਬਣੇ ਹੋਣਗੇ, ਕਰਮ ਦੁੱਗਣੇ ਬਣੇ ਹੋਣਗੇ। ਦੂਣੇ ਤੋਂ ਚਾਉਣੇ ਜਿਹੜੇ ਜਾਏ ਕਾਲ ਸੇਵਾ ਕਮਾਉਂਦੇ, ਇਹ ਜਮਾਤ ਆ ਸੇਵਾ ਦੀ, ਉਹ ਮਹਾਰਾਜ ਸੇਵਾ ਕਰਦੇ ਆ। ਚਾਉਣੇ ਤੋਂ ਠਾਉਣੇ 8 ਗੁਣਾ ਹੋਣ ਤਾਂ ਨੰਦ। ਜਿਹੜੇ ਗੁਰ ਕਾ ਬਚਨ ਕਮਾਉਂਦੇ ਤੇ ਫਿਰ ਲੈਣ ਕੀ ਆਇਆ ਜੇ ਬਚਨ ਹੀ ਨਹੀਂ ਕਮਾਉਣੇ। ਤੂੰ ਮਨ 'ਚ ਝਾਤੀ ਮਾਰ, ਫਿਰ ਆਇਆ ਕਿਵੇਂ, ਕੀ ਲੈਣਾ ਹੈ? ਇਹ ਡਰਾਮਾ ਥੋੜੋ, ਨਕਲਾਂ, ਤਮਾਸ਼ਾ, ਸਿਲਮਾ, ਚੁਗਲ ਮੇਲਾ ਥੋੜੋ ਆ। ਇਹ ਤਾਂ ਬਚਨ ਸੁਣ ਕੇ ਕਮਾਈ ਕਰਨੀ ਆਪਾਂ। ਚਾਉਣੇ ਤੋਂ 8 ਗੁਣਾ ਜਿਹੜੇ ਗੁਰ ਕਾ ਬਚਨ ਹੋ ਰਹੇ ਵੀ ਸ਼ਰਾਬ ਨਹੀਂ ਪੀਣੀ, ਦਾੜੀ ਕੇ ਸਿੱਖ ਬਣਨਾ ਪੂਰੇ, ਵੀ ਅੰਮ੍ਰਿਤ ਛਕਾਇਆ ਜਾਣਾ ਪਰਸੋਂ ਨੂੰ। ਅੰਮ੍ਰਿਤ ਵੇਲੇ ਸੁਬਾਹ 9 ਵਜੇ ਅੰਮ੍ਰਿਤ ਤਿਆਰ ਹੋਣਾ ਇੱਥੇ। ਅੱਜ ਤੇ ਕੱਲ ਥੋੜੀ ਸੰਗਤ ਪਹੁੰਚੀ ਸੀ, ਹਜ਼ੂਰ ਦੀ ਮਿਹਰ ਦਾ ਸਦਕਾ 50 ਬੰਦਿਆਂ ਨੇ ਆਪਦੇ ਆਪ ਨਾਂ ਲਿਖਾਇਆ, ਨਾਂ ਲਿਖਾਇਆ।
ਤੇ ਆਪਦੇ ਆਪ ਹੀ ਨਾਂ ਲਿਖਾ ਕੇ ਜਾਇਆ ਕਰੋ ਅੰਮ੍ਰਿਤ ਛਕਣ ਵਾਸਤੇ। ਐਵੇਂ ਚੌਣੇ ਤੋਂ 8 ਗੁਣਾ ਜਿਹੜੇ ਗੁਰ ਕਾ ਬਚਨ ਕਮਾਉਂਦੇ। ਹੁਣ ਸੁਣੋ, ਕਹਿੰਦੇ ਸਾਵੇਂ ਸੱਟੇ ਹੋਣ ਤਿੰਨਾਂ ਦੇ, ਆਂਦੇ ਤੇ ਅਗਲਾਂਦੇ। ਕਹਿੰਦੇ ਕਈਆਂ ਨੂੰ ਘਾਟਾ ਵੀ ਨਹੀਂ ਪੈਂਦਾ ਤੇ ਵਾਧਾ ਵੀ ਨਹੀਂ ਹੁੰਦਾ ਇੱਥੇ ਆਣ ਕੇ। ਕਹਿੰਦੇ ਆਣ ਕੇ ਸੌਂ ਜਾਂਦੇ ਆ। ਸੌਣਾ ਜਾਗਤ ਸੋਵਤ ਬਹੁ ਪ੍ਰਕਾਰ, ਗੁਰੂ ਸਾਹਿਬ ਦੀ ਪੰਗਤੀ ਹੈ। ਜਾਂ ਸੌਣਾ ਤੇ ਜਾਗਣਾ ਕਈ ਪ੍ਰਕਾਰ ਦਾ। ਕਈ ਊਂ ਜਾਗਦੇ ਹੁੰਦੇ ਆ, ਉਹ ਕਹਿੰਦੇ ਚਲੋ ਬਾਬਾ ਜੀ ਬਚਨ ਕਰੀ ਜਾਂਦੇ ਆ, ਆਪਾਂ ਅੰਮ੍ਰਿਤ ਨਹੀਂ ਛਕਣਾ, ਆਪਾਂ ਬਚਨ ਨਹੀਂ ਮੰਨਣਾ, ਦਾੜੀ ਕੇਸ ਨਹੀਂ ਰੱਖਣੇ, ਆਪਾਂ ਤਾਂ ਵੇਖਣ ਆਏ ਆ। ਵੇਖਣ ਉਹਨੂੰ ਆਖਿਆ ਸਾਵੇਂ ਸੱਟੇ, ਆਂਦੇ ਤੇ ਅਗਲਾਂਦੇ। ਇੱਕ ਕਬੀਲਦਾਰੀ ਦਾ ਭੰਨਿਆ ਵਾ ਸਾਰੀ ਦਿਹਾੜੀ ਤੋਂ, ਉਹਨੂੰ ਨੀਂਦ ਆਉਂਦੀ ਆ, ਕਰਜ਼ਾ ਸਿਰ, ਜਾਂ ਜਵਾਨ ਲਟਕੀ ਆ, ਜਾਂ ਕਬੀਲਦਾਰ ਕੰਡਿਆਂ ਦਾ ਵਿਛਾਉਣਾ, ਕਬੀਲਦਾਰੀ ਕੋਈ ਨਾ ਕੋਈ ਫਿਕਰ ਖੜਾ, ਜਾਂ ਲਾਦ ਮਾੜੀ, ਤੇ ਉਹ ਫਿਰ ਨਾ ਇੱਥੇ ਆਣ ਕੇ ਸ਼ਾਂਤੀ ਆਉਂਦੀ ਹੈ। ਮੱਥਾ ਟੇਕ ਕੇ ਹੈ ਤਾਂ ਭਾਵੇਂ ਬੈਠਾ ਹੀ, ਪਰ ਗੋਡਿਆਂ ਸਿਰ ਸੱਟ ਕੇ ਸੌਂ ਜਾਂਦੇ ਕਈ। ਉਹ ਵੀ ਇੱਕ ਸੌਣਾ ਹੈ। ਇੱਕ ਬਚਨ ਨਾ ਮੰਨਣਾ, ਉਹ ਵੀ ਇੱਕ ਸੌਂ ਜਾਣਾ। ਇੱਕ ਆਤਮਾ ਨੇ ਸੌਂ ਜਾਣਾ, ਇੱਕ ਸਰੀਰ ਨੇ ਸੌਂ ਜਾਣਾ। ਦੋ ਪ੍ਰਕਾਰ ਦਾ ਸੌਣਾ। ਇੱਕ ਥੱਕ ਟੁੱਟ ਕੇ ਇੱਥੋਂ ਜਾਣਾ, ਸੇਵਾ ਕਰਕੇ ਕਮਾਈ ਕਰਨੀ, ਕਮਾਈ। ਕਈ ਇੱਥੇ ਹਜ਼ੂਰ ਦੀ ਮਿਹਰ ਦਾ ਸਦਕਾ 7 ਵਜੇ ਦੇ ਬੈਠੇ ਹਨ, ਕਈ 8 ਵਜੇ ਦੇ, ਕੋਈ ਗੱਲ ਨਹੀਂ, ਕਈ 9 ਵਜੇ ਦੇ ਬੈਠੇ ਤਾਂ ਹੈ। ਕਿਹਦੇ ਕੋਲੇ ਪ੍ਰਗਟ ਗੁਰਾਂ, ਕਿਹਦੇ ਗੁਰੂ ਨਾਨਕ ਦੇ ਕੋਲੇ ਬੈਠੇ ਆ, ਕਿਸੇ ਮਾੜੇ ਮੋਟੇ ਕੋਲੇ ਤਾਂ ਨਹੀਂ ਬੈਠੇ, ਸਤਿਗੁਰੂ ਕੋਲੇ ਬੈਠੇ ਆ। ਬੈਠੇ ਤਾਂ ਹੈ। ਤੇ ਕੀ ਆਖਿਆ ਪਾਤਸ਼ਾਹ ਜੀ? ਸਾਵੇਂ ਸੱਟੇ, ਆਂਦੇ ਤੇ ਅਗਲਾਂਦੇ। ਅਗਲਾਂਦੇ ਹੁੰਦੇ ਸੁੱਤਾ। ਕਬੀਰ ਸਾਹਿਬ ਕਹਿੰਦੇ ਕਬੀਰ ਸੁੱਤਾ ਕਿਆ ਕਰੇ? ਕਬੀਰ ਸਾਹਿਬ ਉੱਠ ਕੇ ਨਾ ਜਪਿਆ ਮਰਾਰ, ਇੱਕ ਦਿਨ ਸੋਵਨ ਹੋ ਗੋ ਲੰਬੇ ਗੋੜ ਪਸਾਰ। ਕਹਿੰਦੇ ਤੈਨੂੰ ਫਿਰ ਨਹੀਂ ਕਿਸੇ ਨੇ ਜਗਾਉਣਾ, ਮਹਾਂਪੁਰਖ ਜਗਾਉਣ ਆਏ ਆ। ਕਹਿੰਦੇ ਰੱਜ ਕੇ ਸੌਂ ਲਈ, ਤੈਨੂੰ ਫੇਰ ਨਹੀਂ ਕਿਸੇ ਨੇ ਜਗਾਉਣਾ। ਜਦੋਂ ਸਿਵਿਆਂ ਦੇ ਵਿੱਚ ਤੇਰੇ ਤੇ ਲਕਿੱਕਰ ਦੀਆਂ ਲੱਕੜਾਂ ਰੱਖੀਆਂ ਤੇ ਗਿੱਚੀ ਥੱਲੇ ਕਲੂਚਾ ਲਾਤਾ, ਕਬੀਰ ਸੁੱਤਾ ਕਿਆ ਉੱਠ ਕੇ ਨਾ ਜਪਿਆ ਮਰਾਰ, ਇੱਕ ਦਿਨ ਸੌਵਨ ਹੋ ਗੋ। ਕਬੀਰ ਸਲਾਟ ਕਹਿੰਦੇ ਮਰੇ ਨੂੰ ਲੰਬੇ ਗੋੜ ਪਸਾਰ, ਲੰਮੇ ਗੋਡੇ ਕਰ ਲਏ, ਦੱਖਣ ਵੱਲ ਨੂੰ ਪੈਰ ਕਰਤੇ, ਗਿੱਚੀ ਥੱਲੇ ਅੱਗ ਲਾਤੀ। ਤੈਨੂੰ ਫੇਰ ਨਹੀਂ ਕਿਸੇ ਨੇ ਜਗਾਉਣਾ ਜਦੋਂ ਮਰ ਗਿਆ। ਰੱਜ ਕੇ ਸੌਂ ਲਈ। ਕਬੀਰ ਸਾਹਿਬ ਬੜੀ ਤਾੜਨਾ ਕਰਦੇ ਆ। ਇਵੇਂ ਕਹਿੰਦੇ ਸਾਵੇਂ ਸੱਟੇ, ਨਾ ਘਾਟਾ ਪੈਂਦਾ ਨਾ ਮਹਾਰਾਜ ਉਹਨੂੰ ਵਾਧਾ ਪੈਂਦਾ। ਸਾਵੇਂ ਸੱਟੇ ਰਹਿ ਜਾਂਦੇ ਆ, ਆਂਦੇ ਤੇ ਗਲਾਂਦੇ। ਨਾ ਨਾ, ਬਾਬਾ ਜੀ ਕਹਿੰਦੇ ਝੋਲੀ ਭਰਾ ਕੇ ਲੈ ਕੇ ਜਾਓ, ਖਾਲੀ ਨਹੀਂ ਜਾਣਾ ਚਾਹੀਦਾ। ਗੁਰੂ ਨਾਨਕ ਦਾ ਦਰਬਾਰ ਹੈ, ਖੁਸ਼ੀਆਂ ਲੈ ਕੇ ਜਾਣੀਆਂ, ਗਮੀਆਂ ਛੱਡ ਜਾਓ, ਇੱਥੇ ਪਾਪ ਰੱਖ ਜਾਓ, ਇੱਥੋਂ ਪੁੰਨਾਂ ਦੀ ਪੰਡ ਬੰਨ੍ਹ ਕੇ ਲੈ ਜਾਓ। ਇੱਥੇ ਹੀ ਕਿਹਾ ਜਾਂਦਾ ਪਾਪ ਰੱਖ ਜਾਓ। ਦੁਕਾਨ ਤੇ ਕਿਹਾ ਜਾਂਦਾ ਸਾਬਣ ਤੇਲ ਸੋਡਾ ਲੈ ਜਾਓ, ਇੱਥੇ ਮਾਇਆ ਰੱਖ ਜਾਓ। ਪਰ ਸਿਰਫ ਗੁਰੂ ਨਾਨਕ ਦਾ ਦਰਬਾਰ ਹੈ ਜਿੱਥੇ ਕਿਹਾ ਜਾਂਦਾ ਇੱਥੇ ਪਾਪ ਰੱਖ ਜਾਓ, ਇੱਥੇ ਪਾਪਾਂ ਦੀਆਂ ਪੰਡਾਂ ਢੇਰੀ ਕਰ ਜਾਓ।
इथों पुन्ना दियां पंडा बन के ले जाऊँ। ऐसा पवित्र दरबार है। की है क्या सावे सट्टे आंदे ते रब दी मार पई तिन्हां एक बेचारे रब दे मारे हुए की कहंदे भगत जी कहंदे रब दी मार पई तिन्हां किन्हां जेड़े साईं दे दर तो चोरी करके जुत्तियां जोड़े चुक ले जांदे। आ किड्डा सोहना दरबार है। साईं दे दर तो चोरी करते कहते रब दे मारे हुए है। रब दे तू इत्थे आ पैर जोड़ हथ जोड़ नेत्र जोड़ मन जोड़ सुरती जोड़ के मत्था टेक अरदास करके बह जा। जो भोग पिया समाप्ति हुई ऐ सारी उम्र कढ़ दे काम भी कर बच्चे भी पाल जिथे चंगे महापुरखों के शांति वाले वचन होण उत्ते सुन ते जदों मरन लगा उदू पहला पहला 3 जन्म दियां रोटियां लिख देणगे महापुरख। 3 जन्म दियां महाराज रोटियां लिख देणगे। तैनूं रोटी रोटी नहीं करना पऊगा भुखा भुखा नहीं करना पऊगा। गुरमत दे वचन जिन्नी चखिया हजूर कहते जिन्हों ने जपिया जिन्हें चखिया राम रसायन जिन्हों ने जप के रस लिया बाणी का गुरबाणी का रस ले लिया जिन्हें चखिया राम रसायन तिन की संगत आहा संगत खोज पिया रिद्ध हजूर कहने सिद्ध बुद्ध ज्ञान गुरु ते पाएगा। अगों की एक मुक्त पदार्थ सरनी पे पदार्थ तेरे मगर मगर फिरेगा। पदार्थ तेरे मगर आए फिरेगा। जब तू गुरु वाल मूँह करके तुरया ना गुरु सूरज है जे सूरज वाल मूँह करके तुर गया ना परछावां तेरे मगर मगर आवेगा। तेरा परछावां मगर मगर आवेगा। जे गुरु वाल कर ली पिठ ना सूरज वाल कर ली पिठ ते परछावां माया ते दातां तेरे मूहरे मूहरे ते इत्थों छूईयां नहीं जानियां। तेरा परछावां ते इत्थों मुट्ठी विच फड़िया नहीं जाना। गुरु वाल कर लो मूँह दुनिया वाल कर लो पिठ। जे तू मेरा हो रहे तो सब जग तेरा होवे। बाबा फरीद जी दे गुआंढ ना ते कसाई रहन लगे बकरे वढ़न वाले ते बाबा फरीद जी ने अरदास की हे अल्लाह खुदा भी जा तो दिन चढ़ते इन्हों चक ला मार दे ते जा मैनू मार दे भगत करके भगतां की अरदास सुनी जाती बंदगी वालियां दी। ते भगवान ने आवाज दी उन्होंने आकाशवाणी कहते फरीदा करनगे सोई भरनगे तू क्यों पिया अदास। जेड़े बढ़ते बकरे तो नाम जपण वाले तैनू की पिया करनगे सोई भरनगे तू क्यों पिया अदास। इं आख्या इं ते दूजी गल की आखी फरीदा आप सवारे मैं मिला। फरीदा और तू आप दा सवार कसाइयां दा ना सवार। इन्हां माते धर्मराज मैं बिठाया होया है उत्थे सारा लेखा होना है। इन बड़ा होया दुनीदार
गल संगल घत चलाया, अगे करनी कीरत बाचिया, बह लेखा कर समझाया। चंगे दी था चंगा ते मंदे दी था मंदा। की आख्या फरीद नूं? फरीदा आप सवारे, गुरमुखो आपू अपना सवारो, अपना हथी अपना आपे ही काज सवारिए। फरीदा आप सवारे मैं मिला, फरीदा मैं मिलिया सुख हो जिथे मर्जी भज लो। जो मैं मिलू ना फिर ही सुख है, नहीं तेन सुख किते नहीं। इं आख्या मैं मिला सुख होए। फरीदा जे तू मेरा हो रहे ना, कला प्यार सिमरनी करी जावे, सिमरनी करी जावे, तैनू दुनिया वल कसाइयां वल वेखण की लोड़ नहीं। फरीदा जे तू मेरा हो रहे ना, तो सब जग तेरा होए। सारा संसार फरीदा तेरी परिक्रमा करेगा जे तू मेरा। परसों नूं अंबर छकाउणा, अंमृत छको। अंमृत मेरा नहीं, अंमृत गुरु का है। गुरु भी पिता, पंथ का बाली श्री गुरु गोबिंद सिंह कलगीधर, खालसा पंथ का अंबर छकना, अंबर छकना। साढ़े को इधर उत्ते ठाठ बनाया सतूलगढ़, उत्ते राजस्थान तो आए, कहते बाबा जी बच्चा है नहीं। तो कई साल हो गए, 8-10 साल हो गए। मां गुरु धारिया, कहते जी गुरु तो बहुत धारे धारे आ। मैं फिर कहते खैर नहीं कितों पई, खैर कहते सी भी 1-1.5 साल ब्यास आ जाते रहे, उत्तों भी बेआस ही आए। ब्यास वो कहते बेआस, बेआस ही आए। कहने फिर एक गुरु होर धारिया, धारिया कहते उन्होंने अतवादियों ने मारता, मारता। कहते फिर एक गुरु होर धारिया, धारिया। वो गुरु कहते बीमार पिया, दाखल पिया, 1.5 साल कहते बीमार गुरु मां। होर कहते एक गुरु होर धारिया सी, कहते वो हुण जेल च आ। जिहड़ा सच्चे सौदे वाला कहना तो पाप ही है। सरसे वाला, सरसे वाले जिहड़े वड्डे गुरु सी ना बहुत चंगे सी, बहुत। एक बाबा सतनाम सिंह जी वो साढ़े घरे भी आए थे, असीं छोटे जे सी, 10 साल दे सी, बड़े चंगे सी। एक उदू वड्डे होए आ शाह मस्ताना जी, वो बहुत चंगे सी, फकीर सी। वो गल कहते सी, वो कहते सी शाह मस्ताना एक गल कह गया, बंदिया जाना सी सचखंड, तू मात लोक विच रह गया। जाना सी हजूर साहब, तू तो कलकत्ते वाली गड्डी विच बह गया। शाह मस्ताना जी कहते हुण निंदिया नहीं जानी, सच्ची गल है। मुड तकड़ा सी इन्हां दा, मुड। ते फिर डाणे माड़े बन गए। कहते एक गुरु होर धारिया, वो कहते मैं खो कहते मैं 2 बारी गए सी, उन्होंने दौरा पै गया। मां हुण फिर कहते बाबा जी हुण तो थानू गुरु धारना है।
मैं क्या मेरे 5 गुरु धारे है, तो जे मैं गुरु बन गया तुसी मैनूं तल बारी मेरी भी आई, तो मैं मेरे वधे हथ मैं छकाउणा अंमृत, तो बाबा की कृपा सदका मैं प्रचार करना सिक्खी दा, तो मैं चौकीदारा करना हजे मेरे वधे हथ, मैनू थोड़ा चिर कट लैन दे, मैनू मरण तो मैं डरदा जिन्हों गुरु धारदे हैं तो वही गायब हो जाता। वो कहता बाबा जी हुण फिर तुसीं गुरु नहीं मानते, मैं गुरु मैं वो दसदा ना हो मारा ना होवा सोग, तुसीं कलगीधर पातशाह दा अंमृत छक लो, छक के अंमृत मेरे गुरु नूं आनंदपुर घेरा पिया, कीरतपुर घेरा पिया, घेरा घेरा कोई ऐ 5-7 बंदियां दा नहीं सी, घेरा घेरा लाहौर दा सूबा, सरहंद दा सूबा, जलंधर दा सूबा, 22 धार राजे, इन्ना टिड्डी दल सरसा ते घेरा पिया, सारिया घेरिया नूं तोड़दा होया गड़ी चमकौर विच घेरा पिया, वो घेरे नूं तोड़दा होया फिर देगसर गुरद्वारा उत्थे चमकौर साहब दे कोले, उत्थे माछू वाले दे कोले बैरीयर लग्या सी, जिथों दा नबी ते गणी खां लैके लंघे उत्थों दा घेरा तोड़िया। फिर हजूर पंथ दे वाली पिता दशमेश सच्चे पातशाह बाजां वाले ते पातशाह जी ने फिर मुक्तसर दा घेरा तोड़िया। फिर गुरु जी ने सरसा दे नेड़े भी घेरा पिया, वो भी तोड़िया। घेरे तोड़दे अज जे दर्शन करने हैं तो हजूर साहब सचखंड विच बैठा पंथ दा, वो 22 घेरे पै गए, पे भी 10-10 लाख दे, 5 लाख दे, 2 लाख दे, 7 लाख दे, वो इंडिया घेरिया नूं तोड़ हैरान वाली गल है। माछूवाड़े कल्ले ही सच्चे पातशाह पंथ दे वाली ते नाल भाई दयाल सिंह ते धर्म सिंह ते मान सिंह ते तिन्ने ही सच्चे पातशाह नाल 4 ही सी। हैरान वाली गल है। देखो राजे भाई धार कहते काम निबड़ गया, चलो फौजा कहते काम निबड़ गया। भाई संगत सिंह सिर वढ़ लिया, नचे टप्पे शराबा पीतियां ढोल खड़काया, कहते गुरु मारता 10वें पातशाह कतल करता। ते पंथ दा वाली नबी घड़ी खाने घरे बैठा। सच्चे पातशाह अचरज खेल है। एक पासे गुरु जी कहते मुसलमान का त्योहार नहीं, एक पासे मुसलमान के घरे 7 दिन रहे। भाई दयाल सिंह, धर्म सिंह, मान सिंह, सच्चे पातशाह प्रशादा पानी बनाते रहे, गुरु जी छकते रहे, तो भोग लगता रहा। कथा कीर्तन आसा दी वार उमें रखी अंदर। माछू हैरान वाली गल है। तो साध संगत वेखो, मुक्तसर का घेरा, भाई महा सिंह का महा सिंह 40 माझे दे नाले उन्हों का बदावा पाड़े, नाले घेरा तोड़िया, ते नाले साध संगत का मूँह तोड़ा जवाब दिता। जिहड़े साध संगत चढ़ाई करके आए सी। अज मैं क्या मेरा पंथ का वाली सचखंड विच बैठा है, वेख्यो घाटा ना खा जो। शाह मस्ताना जी होए है, चंगे होए है बड़े, उन्होंने कई वचन यहो जी है, सोहने वचन वचन। वो कहते छड्डी ना द्वारा, पीर मन्ने चाहे ना मन्ने, अंत मौके हो जूगा तेरा पार तारा। पीर मन्ने इसे गद्दी का ही है, इसे गद्दी सरसे वाली गद्दी।
ਉਹ ਇਹੋ ਜਿਹੇ ਹੋਏ। ਹੁਣ ਜੇ ਦਰਸ਼ਨ ਕਰਨੇ ਪਿਤਾ ਜੀ ਦੇ, ਹੁਣ ਨਾਭੇ ਜੇਲ੍ਹ 'ਚ ਕਰ ਲਓ, ਤੇ ਸਾਡੇ ਪਿਤਾ ਪੰਥ ਦੇ ਬਾਲੀ ਪਿਤਾ ਦਸ਼ਮੇਸ਼ ਦੇ ਦਰਸ਼ਨ ਕਰਨੇ ਤਾਂ ਜਾਓ ਹਜੂਰ ਸਾਹਿਬ ਸੱਚਖੰਡ ਵਿੱਚ ਬੈਠੇ ਆ। ਜਦੋਂ ਤੂੰ ਮੱਥਾ ਟੇਕ ਕੇ ਸਿਰ ਤਾਂ ਚੱਕੇਗਾ ਨਾ, ਉਦੋਂ ਤੂੰ ਬਾਜ਼ ਸੁਣੀ, ਤੂੰ ਸੁਣਨ ਵਾਲਾ ਬਣੀ। ਜਦੋਂ ਮੱਥਾ ਟੇਕਿਆ ਉਦੋਂ ਤੂੰ ਜੋ ਮੱਥਾ ਟੇਕ ਕੇ ਸਿਰ ਤਾਂ ਚੱਕਿਆ, ਸ੍ਰੀ ਗੁਰੂ ਗੋਬਿੰਦ ਸਿੰਘ ਪਿਤਾ ਜੀ ਕਹਿਣਗੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਕਹਿੰਦਾ ਜਿਹਨੂੰ ਹਾਰਟ ਦਾ ਨੁਕਸ ਆ ਨਾ, ਹਾਰਟ ਦਾ ਨੁਕਸ ਪਿਆ ਵਾ, ਨਾ ਵੀ ਤੇਜ਼ ਆਉਂਦੀ, ਨਹੀਂ ਲੋਟ ਆਉਂਦੀ ਗੱਲ, ਡਾਕਟਰ ਜਵਾਬ ਦਿੰਦੇ ਆ। ਮੈਂ ਤਾਂ ਕਹਿੰਦਾ ਅੰਮ੍ਰਿਤ ਛਕ ਕੇ ਤੇ ਗੁਰੂ ਸਾਹਿਬ ਦਾ ਨਾ ਸਰੂਪ ਮੂਹਰੇ ਰੱਖ ਲੈ ਕਲਗੀਧਰ ਤੇ ਆ ਅੰਤਰੇ, ਉਹਦਾ ਦਿਲ ਸ਼ੇਰ ਵਰਗਾ ਬਣ ਜੂਗਾ ਤੇ ਹਾਰਟ ਦੀਆਂ ਗੋਲੀਆਂ ਛੱਡ ਦੂਗਾ। ਹਾਰਟ ਦਾ ਮੈਂ ਤਾਂ ਪੜ ਉਹ ਇੰਨਾ ਕੀ ਬੋਲਣਾ ਆਉਂਦਾ ਵੀ ਜਿਹੜਾ ਕਹਿੰਦੀ ਦਿਲ ਦਾ ਹਾਰਟ ਦਾ ਨੁਕਸ ਹੈ, ਜਿਹੜਾ ਹੁਣ ਕਹਿੰਦਾ ਸਟੱਡ ਪੈਂਦਾ, ਇਹ ਸਟੱਡ ਮਾੜੇ ਗੁਰੂਆਂ ਨੂੰ ਪੈਂਦਾ। ਮੂੰਹ ਪੱਟੀ ਵਾਲਾ ਗੁਰੂ ਆ, ਉਹ ਕਹਿੰਦੇ ਆਪਾਂ ਤਾਂ ਲੜਦੇ ਨਹੀਂ ਕਿਸੇ ਨੂੰ, ਆਪਾਂ ਨਹੀਂ। ਗੁਰੂ ਅਰਜਨ ਸਾਹਿਬ ਕੋਲ ਆਏ ਨਾ, ਉਹਨਾਂ ਨੇ ਪੰਗਤੀ ਵੀ ਲਿਖੀ ਹੈ ਸੁਖਮਨੀ ਸਾਹਿਬ 'ਚ, ਜੈਨ ਮਾਰਗ ਅਤ ਸੰਜਮ ਸਾਧ। ਉਹ ਗੁਰੂ ਸਾਹਿਬ ਨੇ ਲਿਖੀ, ਨਿਮਕ ਨਿਮਕ ਟਾਵਾ ਤੋਪੀ ਹੋਮਾ ਮੈਲ ਨਾ ਜਾਵੇ। ਇਹਨਾਂ ਪ੍ਰਥਾਏ ਆਖਿਆ ਮੂੰਹ ਪੱਟੀ ਵਾਲੇ ਵਾਸਤੇ। ਕੀ ਆਖਿਆ? ਇੱਥੇ ਕਿਹੜੀ ਨਾਸਾਂ ਵਿੱਚ ਬਿਮਾਰੀ ਵੜ ਜੂ ਤੁਹਾਡੇ? ਅਸੀਂ ਤਾਂ ਉੱਥੇ ਵੀ ਦੁਆਨ ਲਾਏ, ਉੱਥੇ ਵੀ ਇਹਨਾਂ ਦੇ ਵੱਧਣੀ ਵੀ ਲੱਗਦੇ ਆ, ਸਾਰੇ ਤਾਂ ਐਂ ਹੀ ਚੱਲਦੇ ਆ। ਕਿਹੜੇ ਤੁਹਾਡੇ ਨਾਸਾਂ ਵਿੱਚ ਜਾ ਕੇ ਬਿਮਾਰੀ ਤੁਹਾਨੂੰ ਚਿਮੜ ਜੂ? ਉਹ ਗੁਰੂ ਨਾਨਕ ਦੇ ਬਿਮਾਰੀ ਇੱਥੇ ਉੱਠੂ ਨਾ ਇੱਥੋਂ, ਤੇ ਫੇਰ ਹੀ ਤੁਹਾਡੇ ਕੋਲ ਵੜੂ। ਗੁਰੂ ਦਾ ਭੈ ਕਰੋ, ਗੁਰੂ ਤੇ ਭਰੋਸਾ ਕਰੋ, ਭਾਵਨਾ ਕਰੋ, ਭਰੋਸਾ ਕਰੋ, ਸ਼ੇਰ ਵਰਗਾ ਦਿਲ ਬਣਾਓ। ਹੁਣ ਸਵਾ ਸਾਨੂੰ ਇਸ ਕਰਕੇ ਸਾਧ ਸੰਗਤ ਸਹੇ ਨਾ ਬਣੋ। ਜਿਹੜੇ ਮਾੜੇ ਮੋਟੇ ਗੁਰੂ ਸਹੇ ਆ, ਜਿਹਨੂੰ ਖਰਖੋਸ਼ ਕਹਿੰਦੀ ਆ, ਸਹੇ ਨੂੰ ਆਖਿਆ ਮਾਸ ਖਾਣਾ, ਕਹਿੰਦੇ ਮਾਸ ਖਾ ਲਾ। ਸਹੇ ਕਹਿੰਦਾ ਮੇਰੇ ਬੱਦੇ ਹੱਥ ਮੇਰਾ ਬਸ ਇਹ ਥੋੜਾ। ਇਹ ਗੁਰੂ ਆ ਕੱਚੇ, ਸਤਿਗੁਰ ਪੂਰਾ ਸੇਵੀਆ। ਦੁੱਖਾਂ ਕਾ ਹੋਵੇ ਨਾਸ, ਨਾਨਕ ਨਾਮ ਧਿਆਈਏ ਤੇ ਕਾਰ ਜਾਵੇ, ਕਾਰ ਜਾਵੇ ਰਾਤ। ਇਵੇਂ ਮੋਹਰ ਲਾਈ। ਉਹਨਾਂ ਨੇ ਬਚਨ ਮੰਨ ਲਿਆ, ਜ਼ੋਰ ਤਾਂ ਸਾਡਾ ਲੱਗਿਆ, ਤੇ ਕਹਿੰਦੇ ਚਲੋ ਜੀ ਫਿਰ ਮੱਸਿਆ ਨੂੰ ਗੁਰੂ ਧਾਰ ਲਾਂਗੇ। ਤੇ ਰਾਜਸਥਾਨ 'ਚੋਂ ਆਏ, ਮੱਸਿਆ ਨੂੰ ਆਏ, ਅੰਮ੍ਰਿਤ ਛਕ ਲਿਓ। ਸਾਨੂੰ ਕਹਿੰਦੇ ਬਾਬਾ ਜੀ ਅੰਮ੍ਰਿਤ ਛਕ ਲਿਓ। ਮਾਂ ਤੁਸੀਂ ਕਮਾਈ ਕਰੋ ਸ਼ਬਦ ਦੀ, ਨਿਤਨੇਮ ਨਾ ਛੱਡਿਓ, ਤੇ ਰਿਸ਼ਤੇਦਾਰ ਛੱਡੇ ਜਾਣ, ਵਿਆਹ ਛੱਡਿਆ ਜਾਵੇ, ਹੋਰ ਛੱਡੇ ਜਾਵੇ, ਪਰ ਨਿਤਨੇਮ ਨਾ ਛੱਡਿਓ। ਮੈਂ ਕਿਹਾ ਤੁਹਾਡੇ ਘਰੇ ਬੂਟਾ ਲੱਗ ਜਾਵੇ। ਬਚਨ ਅਸੀਂ ਕਰਦੇ ਹਾਂ, ਕਲਗੀਧਰ ਤੇ ਮਾਣ ਕਰਕੇ ਕਰਦੇ ਹਾਂ। ਮਹਾਂਪੁਰਖ ਜਿਹਨੂੰ ਮਾਣ ਹੁੰਦਾ ਨਾ ਗੁਰੂ ਤੇ, ਉਹ ਜੋ ਬਚਨ ਕਰ ਦੇਵੇ ਪਾਰ ਪੈਂਦਾ, ਪਾਰ ਪੈਂਦਾ। ਅੱਗੋਂ ਗੁਰੂ ਤੇ ਭਰੋਸਾ ਹੋਵੇ ਜਿਹੜਾ ਬਚਨ ਕਰਦਾ। ਉਹਨਾਂ ਦੇ ਪਹਿਲੇ ਲੜਕੀ ਨੇ ਜਨਮ ਲਿਆ ਤੇ ਫਿਰ ਮੁੰਡੇ ਨੇ ਜਨਮ ਲਿਆ। ਉਹ ਕਹਿੰਦੇ ਨਾਮ ਆ ਨਾ, ਹੁਣ ਬੂਟਾ ਸਿੰਘ ਹੀ ਰੱਖ ਲਓ, ਬੂਟਾ ਹੀ ਲੱਗ ਗਿਆ ਤੁਹਾਡੇ ਕੋਲ। ਇਸ ਕਰਕੇ ਸਾਧ ਸੰਗਤ ਸਤਿਗੁਰ ਆਪਾਂ ਨੂੰ ਮਿਲਿਆ ਹੈ। ਇਹ ਦਾਤਾਂ ਬੇਅੰਤ ਸਤਿਗੁਰ ਦੇ ਘਰੇ ਹਨ। ਇੱਥੇ ਕੋਈ ਚੀਜ਼ ਮੁੱਕਣ ਵਾਲੀ ਨਹੀਂ ਹੈ। ਸਾਵੇਂ ਸੱਟੇ ਆਂਦੇ ਤੇ ਅਗਲਾਂਦੇ, ਰੱਬ ਦੀ ਮਾਰ ਪਈ ਤੇ ਸਾਈਂ ਦੇ ਦਰ ਤੋਂ ਜੁੱਤੀਆਂ ਜੋੜੇ, ਚੋਰੀ ਕਰਕੇ ਚੁੱਕ ਲ ਜਾਂਦੇ। ਸਾਈਂ ਲੋਕਾਂ ਮੂਲੀ ਜਲਦੀ ਤਿੰਨਾਂ ਦੀ ਦਰਾਤ ਹੁੰਦਾ ਨਾ, ਪਾਸੀ ਜੜਾ ਹੁੰਦੀ, ਇੱਕ ਥੱਲੇ ਮੂਲੀ ਹੁੰਦੀ ਹੈ। ਮੂਲੀ ਜੇ ਮੂਲੀ ਜੁੜੀ ਰਹਿ ਜੇ ਨਾ ਧਰਤੀ ਦੇ ਵਿੱਚ, ਦਰਖਤ ਹਰਾ ਰਹਿੰਦਾ। ਉਹਨੂੰ ਆਖਿਆ ਬੰਦੇ ਦੀ ਇੱਕ ਮੂਲੀ ਹੁੰਦੀ ਆ, ਇੱਕ ਪਿਓ ਹੁੰਦਾ, ਇੱਕ ਪੁੱਤ ਹੁੰਦਾ,
ਇੱਕ ਪੜੋਤਾ ਹੁੰਦਾ, ਪੋਤਾ, ਉਹ ਮੂਲੀ ਮੂਲੀ ਤੁਰੀ ਆਉਂਦੀ ਉਹਨਾਂ ਦੀ, ਉਹਨੂੰ ਮਹਾਰਾਜ ਕਹਿੰਦੇ ਸਾਈਂ ਲੋਕਾ ਮੂਲੀ ਜਲਦੀ ਤਿੰਨਾਂ ਦੀ, ਜਿਹੜੇ ਸਾਧ ਸੰਗ ਵਿੱਚ ਮੁੱਢੋਂ ਪੈਰ ਨਹੀਂ ਪਾਉਂਦੇ ਉਹਨਾਂ ਦੀ ਮੂਲੀ ਜਲ ਜਾਂਦੀ ਹੈ ਮਹਾਰਾਜ। ਉਹਨਾਂ ਦੇ ਤੀਜੀ ਚੌਥੀ ਪੀੜ੍ਹੀ ਦੇ ਵਿੱਚ ਜਵਾਕ ਜੰਮਣੋਂ ਬੰਦ ਹੋ ਜਾਂਦੇ, ਉਹਨਾਂ ਦੇ ਘਰ ਮਹਾਰਾਜ ਸੁੰਨੇ ਹੋ ਜਾਂਦੇ, ਉਹ ਫਿਰ ਮਰ ਕੇ ਚੌਦੇ ਦੀ ਰੋਟੀ ਖਾਂਦੇ ਪ੍ਰੇਤ ਬਣ ਕੇ। ਆਪਾਂ ਨੂੰ ਮਿਲਿਆ ਹੁਣ ਸਮਾਂ, ਸਤਿਗੁਰਾਂ ਦੇ ਬਚਨ ਅਮੋਲੇ, ਆਪਣੇ ਕੰਮ ਆਉਣ ਵਾਲੇ ਸਮੇਂ ਦੀ ਸਕੋਚ ਹੈ। ਗੁਰੂ ਨੌਵੇਂ ਪਾਤਸ਼ਾਹ ਜੀ, ਸਾਉਣ ਦਾ ਮਹੀਨਾ ਸੀ, ਪਹਿਲਾਂ ਹਾੜ ਦਾ ਮਹੀਨਾ, ਹਾੜ ਤੇ ਸਾਉਣ, ਤੇ ਐ ਸੰਗਤ ਆਈ, ਦੀਵਾਨ ਸਜਿਆ। ਦੀਵਾਨ ਕਾਹਦਾ ਜੇ ਸ਼ਾਂਤੀ ਨਾ ਹੋਵੇ? ਘਰੋਂ ਆਉਣ ਦਾ ਕੀ ਫਾਇਦਾ ਜਿੱਥੇ ਸ਼ਾਂਤੀ ਹੋਈ ਨਹੀਂ? ਸ਼ਾਂਤੀ ਦਾ ਸੋਮਾ ਜੇ ਗੁਰੂ ਸਾਹਿਬ ਬੈਠੇ ਐ, ਰੱਬੀ ਕੀਰਤਨ ਦਾ ਸੰਤ ਮੰਡਲੀ ਬੈਠੀ ਹੈ, ਤੇ ਜੇ ਸ਼ਾਂਤੀ ਨਾ ਹੋਵੇ ਤੇ ਦੱਸੋ ਫਿਰ ਕਰਨਾ ਵੀ ਇੱਥੇ ਕੀ ਹੈ? ਸ਼ਾਂਤੀ, ਜੇ ਸ਼ਾਂਤੀ ਲੈਣੀ ਹੈ ਕੀ ਕਹਿੰਦੇ ਸਤਿਗੁਰੂ ਪਾਤਸ਼ਾਹ, ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਬਖਾਣੀ, ਇੱਕੋ ਨਾਮ ਹੁਕਮ ਹੈ ਭਾਈ, ਸਤਿਗੁਰ ਦੀਆ ਬਜਾਏ ਜੀ। ਆਪਾਂ ਸਤਿਗੁਰ ਨੂੰ ਬੁੱਝਣ ਆਏ ਆ ਮਹਾਂਪੁਰਖਾਂ ਦਾ, ਵੀ ਉਹ ਭੁੱਲ ਹੀ ਰਹੇ। ਆਪਾਂ ਤਾਂ ਸਤਿਗੁਰ ਦੇ ਨਾਲ ਜੁੜਨਾ ਸੀ। ਤੇ ਸੰਗਤ ਆਈ ਦੂਜੇ ਪਿੰਡ ਦੀ, ਦੀਵਾਨ ਸੁਣ ਕੇ ਜਦੋਂ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਜਾਣ ਲੱਗੇ ਨਾ ਅੰਦਰ, ਸੰਗਤ ਨੇ ਬੇਨਤੀ ਕਰਤੀ, ਬੇਨਤੀ ਕਰਤੀ ਵੀ ਸੱਚੇ ਪਾਤਸ਼ਾਹ ਸਾਡੇ ਵੀ ਦੀਵਾਨ ਲਾਓ, ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਤਾਰੋ। ਗੁਰੂ ਜੀ ਨੇ ਵੇਖਿਆ ਦੀਵਾਨ ਕਿਉਂ ਲਾਈਏ? ਤੁਹਾਨੂੰ ਪਤਾ ਦੀਵਾਨਾਂ ਦੇ ਦੀਵਾਨ ਕੀ ਹੁੰਦੇ ਆ, ਵੀ ਭਾਈ ਗੁਰਮੁਖੋ ਕਿਉਂ ਦੀਵਾਨ ਲਾਈਏ? ਉਹ ਕਹਿੰਦੇ ਜੀ ਸਾਡੇ ਨਾ ਦਿਵਾਲੀ ਨੂੰ ਸ਼ਰਾਬ ਇੰਨੀ ਚੱਲਦੀ, ਕਤਲ ਹੋ ਜਾਂਦਾ, ਲੋਹੜੀ ਨੂੰ ਬੰਦਾ ਮਰ ਜਾਂਦਾ, ਦਿਵਾਲੀ ਨੂੰ ਬੰਦੇ 5 ਮਰ ਜਾਂਦੇ, ਤੇ ਸਾਡੇ ਨਾ ਚੰਗਾ ਪਿੰਡ ਵਿੱਚ ਕੋਈ ਤਿਉਹਾਰ ਮਨਾਇਆ ਨਹੀਂ ਜਾਂਦਾ। ਡਰਮਾਂ ਦੇ ਡਰਮ ਕੱਢਦੇ ਸ਼ਰਾਬਾਂ ਦੇ, ਤੇ ਲੜ ਲੜਾਈ ਸਾਡੇ ਪਿੰਡ 'ਚ ਬਹੁਤ ਹੈ। ਗੁਰੂ ਜੀ ਕਹਿੰਦੇ ਠੀਕ ਆ, ਫਿਰ ਕਹਿੰਦੇ ਜੀ ਤੁਸੀਂ ਕਿਰਪਾ ਕਰੋ ਦੀਵਾਨ ਲਾਓ, ਸਾਨੂੰ ਮੂਰਖਾਂ ਨੂੰ ਪਾਪੀਆਂ ਨੂੰ ਸਿੱਧੇ ਰਾਹ ਪਾਓ। ਸਤਿਗੁਰ ਕਹਿੰਦੇ ਸਾਉਣ ਦਾ ਮਹੀਨਾ ਆ ਰਿਹਾ, ਸੰਗਰਾਂਦ ਦੇ ਦਿਨ ਰਹਿੰਦੇ 8, ਅਸੀਂ 1 ਮਹੀਨਾ ਟਿਕਣਾ, ਸਾਉਣ ਦਾ ਮਹੀਨਾ। ਕਹਿੰਦੇ ਜੀ ਆਓ। ਗੁਰੂ ਜੀ ਕਹਿੰਦੇ ਕੁਝ ਕਿ ਸਾਡੇ ਸ਼ਰਤਾਂ ਨਿਯਮ ਹੈ, ਨਿਯਮ। ਪਹਿਲਾਂ ਤਾਂ ਗੁਰਸਿੱਖ 5 ਧਰਮੀ ਪੁਰਸ਼ ਘਰ, ਜਿਨ੍ਹਾਂ ਦੇ ਘਰੋਂ ਜਲ ਪਾਣੀ ਆਵੇ, ਨਸ਼ਾ ਦੇਲੀਓ ਅੰਦਰ ਨਾ ਹੋਵੇ, ਉਹਨਾਂ ਦੇ ਅੰਦਰ ਉਹ ਗੁਰਸਿੱਖ ਚਾਹੀਦੇ ਸਨ। ਇੱਕ ਜਗ੍ਹਾ ਸਾਂਝੀ ਹੋਵੇ, ਸਾਂਝੀ ਜਗ੍ਹਾ, ਇੱਕ ਪਿੰਡ ਤੋਂ ਅੱਧਾ ਕੋ 1 ਕੋ ਦੂਰ ਹੋਵੇ, 3-4 ਪਿੰਡਾਂ ਦਾ ਸੰਨ ਹੋਵੇ, ਤੁਰ ਕੇ ਆਉਣ ਨੂੰ ਸਾਰੀ ਸੰਗਤ ਆ ਜਾਵੇ। ਕਿਉਂ ਆਖਿਆ? ਇੱਕ ਸਾਉਣ ਦਾ ਮਹੀਨਾ ਸਾਡੇ ਭੈਂਗਮ ਸਿੱਖ ਇਸ਼ਨਾਨ ਕਰਦੇ ਆ, ਕੜਾਹ ਪ੍ਰਸ਼ਾਦ ਬਣਦਾ, ਤੇ ਪਾਣੀ ਦਾ ਪ੍ਰਬੰਧ ਚੰਗਾ ਹੋਵੇ, ਪਾਣੀ ਦਾ ਪ੍ਰਬੰਧ। ਸਾਰੇ ਰਾਏ ਕਰਕੇ ਕਹਿੰਦੇ ਪਾਤਸ਼ਾਹ ਜੀ ਇਹ ਜਿਹੜੇ ਵਚਨ ਕਰਦੇ ਨੇ ਤੁਸੀਂ ਆਪ ਹੀ ਕਰਵਾ ਲੈਣੇ ਤੇ ਆਪ ਹੀ ਕਰਾਓ, ਅਸੀਂ ਤੁਹਾਨੂੰ ਜਾਣ ਨਹੀਂ ਦੇਣਾ, ਅਸੀਂ ਦੀਵਾਨ ਲਾਉਣੇ ਹੀ ਲਾਉਂਦੇ ਹਾਂ। ਆਹ ਲੱਗਦੇ ਦੀਵਾਨ, ਹੁਣ ਇੱਥੇ ਵਿਚਾਰ ਨਹੀਂ ਸੀ ਹਜੇ ਦੀਵਾਨਾਂ ਲਾਉਣ ਦੀ, ਵਿਚਾਰ ਸੀ ਵੀ ਠਹਿਰ ਕੇ
ਆ ਡਰਦੇ ਆ ਐਮਰਜੈਂਸੀ ਜੀ ਕੀ ਕਹਿੰਦੇ ਲੱਗੇ ਲੌਗ ਲੋਕਾਂ ਦੀ ਕੀ ਕਹਿੰਦੇ ਹੁੰਦੇ ਆ, ਤੇ ਉਹ ਲੱਗਿਆ ਸੀ। ਤੇ ਇਸ ਕਰਕੇ ਸਾਧ ਸਿੰਘ ਤਾਂ ਬਾਬਾ ਦੀ ਮਿਹਰ ਹੋ ਗਈ ਹੈ। ਤੇ ਮੈਂ ਕਹਿੰਦਾ ਸਾਰਿਆਂ ਦਾ ਖੁੱਲ੍ਹ ਗਿਆ। ਕਈਆਂ ਸੰਗਤਾਂ ਦੇ ਕਿਸੇ ਵਿਖਾਓ ਮੂੰਹ ਬੰਨੇ ਇੱਥੇ ਇੱਥੇ ਹਾਂ ਬਾਬਾ ਦੀ ਮਿਹਰ, ਗੁਰੂ ਦੀ ਕਿਰਪਾ। ਜਦੋਂ ਕਿਰਪਾ ਚੀਜ਼ ਹੋ ਰਹਾ ਹੈ, ਕਿਰਪਾ ਦੇ ਘਰੇ ਬੈਠਾ ਹੈ, ਕਿਰਪਾ ਦੇ ਘਰੇ। ਉੱਥੇ ਮੈਂ ਵਿਚਾਰ ਕਰ ਰਿਹਾ ਥੋੜ੍ਹੀ ਜਿਹੀ, ਜੈਨੀਆਂ ਦੇ ਮੂੰਹ ਪੱਟੀ ਬੰਨੀ ਸੀ ਤੇ ਸ੍ਰੀ ਅੰਮ੍ਰਿਤਸਰ ਸਤਿਗੁਰੂ ਜੀ ਕਾਰ ਸੇਵਾ ਕਰਵਾ ਰਹੇ ਸੀ। ਜੈਨੀ ਸਾਰੇ ਆਏ, ਆ ਕੇ ਗੁਰੂ ਸਾਹਿਬ ਕਹਿੰਦੇ ਆ ਜਾਓ ਤੁਹਾਨੂੰ ਦਰਬਾਰ ਸਾਹਿਬ 'ਚ ਲੈ ਕੇ ਚੱਲਦੇ ਹਾਂ। ਉਦੋਂ ਗੁਰੂ ਸਾਹਿਬ ਪ੍ਰਕਾਸ਼ ਕਰ ਰਹੇ ਸੀ ਹਜੇ। ਸਤਿਗੁਰ ਤਾਂ ਤੇਰੀ ਚਾਲ ਸੁਹਾਵੀ, ਉਹ ਤਾਂ ਧਰਤੀ ਵੱਲ ਵੇਖ ਕੇ ਤੁਰਨ। ਹੌਲੀ ਹੌਲੀ ਸਤਿਗੁਰ ਜੀ ਮੂਹਰੇ, ਸਤਿਗੁਰਾਂ ਦੇ ਚਰਨਾਂ ਥੱਲੇ ਕੀੜਾ ਆ ਗਿਆ। ਉਹਨਾਂ ਨੇ ਤਾੜੀ ਮਾਰਤੀ, ਮੂੰਹ ਪੱਟੀ ਵਾਲਿਆਂ ਨੇ, ਜੈਨੀਆਂ ਨੇ। ਉਹ ਕਹਿੰਦੇ ਹੱਤਿਆ ਲੱਗ ਗਈ, ਗੁਰੂ ਜੀ ਨੂੰ ਹੱਤਿਆ ਲੱਗ ਗਈ, ਕੀੜਾ ਮਾਰਤਾ। ਗੁਰੂ ਜੀ ਰੋ ਗਏ। ਗੁਰੂ ਜੀ ਕਹਿੰਦੇ ਕਾਹਦਾ ਰੌਲਾ? ਬਾਬਾ ਬੁੱਢਾ ਜੀ ਕਹਿੰਦੇ ਪਾਤਸ਼ਾਹ ਕਹਿੰਦੇ ਤੁਹਾਡੇ ਚਰਨਾਂ ਥੱਲੇ ਆਣ ਕੇ ਕੀੜਾ ਮਰ ਗਿਆ, ਇਹਨਾਂ ਦੀ ਭਾਵਨਾ ਨਹੀਂ ਹੈ। ਗੁਰੂ ਜੀ ਜਦੋਂ ਆਏ, ਗੁਰੂ ਜੀ ਕਹਿਣ ਲੱਗੇ ਪਾਤਸ਼ਾਹ ਜਿਹੜਾ ਸਾਡੇ ਚਰਨਾਂ ਥੱਲੇ ਆਣ ਕੇ ਸਰੀਰ ਛੱਡ ਗਿਆ, ਗੁਰੂ ਜੀ ਕਹਿੰਦੇ ਇਹ ਤਾਂ 6ਵੇਂ ਪਾਤਸ਼ਾਹ ਤੋਂ ਲੱਗ ਕੇ 10ਵੇਂ ਪਾਤਸ਼ਾਹ ਤਾਈਂ ਭਾਈ ਸੁਥਰਾ ਬਣ ਕੇ ਸਿੱਖ ਰਵੇਗਾ, ਸਿੱਖ ਬਣੇਗਾ। ਹੁਣ ਜਨਮ ਧਾਰੇਗਾ। ਇਹਦੀ 84 ਕੱਟੀ ਗਈ। ਕੱਲ ਦਰਸ਼ਨ ਜੈਨੀਆਂ ਦੇ ਨਹਾਉਂਦਾ ਹੀ ਨਹੀਂ ਬੰਦਾ, ਖੁਰਕੀ ਆਂਦਾ। ਉਹਦਾ ਪ੍ਰਚਾਰ ਵਿਚਾਰੇ ਦਾ ਗਿਆ ਦਾ, ਕਹਿੰਦਾ ਸਿੱਖ ਦਾ ਪਾਣੀ ਨਾਲ ਪਹਿਲਾਂ ਪਿਆਰ ਹੋਣਾ ਚਾਹੀਦਾ, ਪਾਣੀ ਨਾਲ। ਇਵੇਂ 6ਵੇਂ ਪਾਤਸ਼ਾਹ ਜਾ ਰਹੇ ਸੀ ਗੋਂਦਵਾਲ ਸਾਹਿਬ ਤੋਂ, ਤੇ ਉੱਥੇ ਸਾਧ ਸਿਵਿਆਂ ਦੇ ਵਿੱਚ ਇੱਕ ਬੱਚਾ ਪਿਆ ਸੀ। ਸੇਠ ਦੇ ਘਰੇ ਜਨਮ ਲੈ ਲਿਆ ਉਹਨੇ, ਸੁਥਰੇ ਨੇ, ਤੇ ਜਮਾਂਦਰੂ 2 ਦੰਦ ਸੀ ਤੇ ਰੰਗ ਕਾਲਾ ਸੀ। ਤੇ ਕਾਂ ਉੱਥੇ ਦਾਈ ਨੂੰ ਆਖਿਆ ਆ ਲੈ ਥੋੜ੍ਹੇ ਪੈਸੇ, ਇਹਨੂੰ ਤੇ ਰਾਵੀ 'ਚ ਜਲ ਪ੍ਰਵਾਹ ਕਰਦੇ, ਜਲ ਪ੍ਰਵਾਹ। ਉਹ ਦਿਨ ਚੜ੍ਹ ਗਿਆ, ਉਹਨੇ ਕਰਨ ਨੇ ਸਿਵਿਆਂ 'ਚ ਰੱਖਤਾ। 6ਵੇਂ ਪਾਤਸ਼ਾਹ ਜਾ ਰਹੇ ਸੀ, ਭਾਈ ਵਿਧੀ ਚੰਦ ਜੀ ਨਾਲ ਸੀ। ਗੁਰੂ ਜੀ ਕਹਿੰਦੇ ਵਿਧੀ ਚੰਦਾ ਵੇਖ ਕਾਂ, ਉਹ ਇਹਨੇ ਕਾਂ ਕੁੱਥੇ ਭੌਂਕਦੇ ਆ। ਵੇਖ ਕੇ ਵਿਧੀ ਚੰਦ ਕਹਿਣ ਲੱਗਾ ਜੀ ਇੱਕ ਨਿੱਕਾ ਜਿਹਾ ਬਦੂਰ ਜਿਹਾ ਪੇਜ। ਗੁਰੂ ਜੀ ਆਪ ਚਲੇ ਗਏ ਸਿਵਿਆਂ 'ਚ ਜਾ ਕੇ, ਕਹਿੰਦੇ ਲਿਆ। ਅੰਤਰਜਾਮੀ ਗੁਰੂ, ਗੁਰੂ ਜੀ ਨੇ ਆਪਣੇ ਕਮਰ ਕਸੇ ਤੇ ਰੱਖ ਲਿਆ, ਦੁਪੱਟੇ ਤੇ ਰੱਖ ਕੇ ਗੁਰੂ ਜੀ ਪੈਰਾਂ ਤੋਂ ਲਾ ਕੇ ਸਿਰ ਤੱਕ ਹੱਥ ਫਿਰ ਕੇ ਗੁਰੂ ਜੀ ਕਹਿੰਦੇ ਕਿਆ ਸੋਹਣਾ ਸੁਥਰਾ। ਕਹਿੰਦੇ ਇਹ ਤਾਂ ਸਾਡੇ ਬਾਪੂ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਹੈ ਨੇ, ਛੋਹ। ਵਿਧੀ ਚੰਦਾ ਇਹਨੂੰ ਦੁਪੱਟੇ 'ਚ ਬੰਨ੍ਹ ਕੇ ਮਗਰ ਲੈ ਲਾ, ਐਂ ਬੰਨ੍ਹ ਲਾ। ਉੱਥੇ ਚੱਲ ਕੇ ਵਸਤਰ ਪਹਿਨਦੇ ਨੇ, ਇਸ਼ਨਾਨ ਕਰਾਉਣੇ ਹਰ ਕੀ ਪੌੜੀ 'ਚ ਇਹਨੂੰ। ਤੇ ਫਿਰ ਉਹ ਸਤਿਗੁਰਾਂ 6ਵੇਂ ਪਾਤਸ਼ਾਹ ਤੋਂ ਲੈ ਕੇ ਨਾ ਹਾਸ ਰਸ ਦੇ ਬਚਨ ਉਹਦੇ ਬਹੁਤ। 10ਵੇਂ ਪਾਤਸ਼ਾਹ ਤੱਕ ਹੋਇਆ ਭਾਈ ਸੁਥਰਾ। ਸੁਥਰਾ ਹੁਣ ਕਿੱਥੇ ਜੈਨੀ, ਕਿੱਥੇ ਬਖਸ਼ ਦੇਵੇ ਪਾਤਸ਼ਾਹੀ, ਕੀੜੇ ਨੂੰ ਬਖਸ਼ ਦੇਵੇ, 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 ਬਖਸ਼ ਦੇਵੇ ਪਾਤਸ਼ਾਹੀ ਆਪਣੇ ਸੇਵਕ ਨੂੰ, ਬਖਸ਼ ਦੇਵੇ ਪਾਤਸ਼ਾਹੀ,
ਕੀੜੇ ਨੂੰ ਬਖਸ਼ ਦੇਵੇ ਬਖਸ਼ ਦੇਵੇ ਪਾਤਸ਼ਾਹੀ ਆਪਣੇ ਸੇਵਕ ਨੂੰ ਬਖਸ਼ ਦੇਵੇ ਪਾਤਸ਼ਾਹੀ ਕੀੜੇ ਨੂੰ ਬਖਸ਼ ਦੇਵੇ ਬਖਸ਼ ਦੇਵੇ ਪਾਤਸ਼ਾਹੀ ਆਪਣੇ ਸੇਵਕ ਨੂੰ ਬਖਸ਼ ਦੇਵੇ ਪਾਤਸ਼ਾਹੀ ਕੀੜੇ ਨੂੰ ਬਖਸ਼ ਦੇਵੇ। ਦੇਖੋ ਸਾਡਾ ਗੁਰੂ ਗੁਰਪੂਰਾ ਭੇਟਿਓ ਬੜ ਭਾਗੀ। ਗੁਰੂ ਦੇ ਦਰਸ਼ਨ ਕਰਨ ਨਾ ਬੰਦਾ ਵੱਡੇ ਭਾਗਾਂ ਵਾਲਾ ਬਣ ਜਾਂਦਾ। ਆਪਾਂ ਗੁਰੂ ਸਾਹਿਬ ਕੋਲੇ ਆਏ ਸਾਰੇ, ਆਪਾਂ ਵੱਡੇ ਭਾਗਾਂ ਵਾਲੇ ਬਣ ਗਏ ਆ। ਭੇਟਿਓ ਬੜ ਭਾਗ ਮਨੇ ਪਿਆ ਪ੍ਰਕਾਸ਼, ਮਨ ਬਦਲ ਗਿਆ। ਬਚਨ ਸੁਣ ਕੇ ਮਨ ਖੁਸ਼ੋ ਆ ਗਈ, ਬਦਲ ਗਿਆ ਮਨ। ਬੱਚਾ ਦਾਖਲਾ ਭਰ ਕੇ ਜਦੋਂ ਪੜ੍ਹਾਈ ਕਰਦਾ ਨਾ, ਉਹ ਕਹਿੰਦੇ ਵਿਦਿਆਰਥੀ ਆ, ਬਦਲ ਜਾਂਦਾ। ਵਿਦਿਆ ਆਰਥੀ ਹੋ ਗਿਆ ਆਪਾਂ, ਵਿਦਿਆਰਥੀ। ਇੱਕ ਦਾਖਲਾ ਨਹੀਂ ਭਰਿਆ ਜਾਂਦਾ, ਉਹ ਦੁਨੀਆ ਦਾ ਸਵਾਰਥੀ ਹੁੰਦਾ। ਦੁਨੀਆ ਦਾ ਸਵਾਰਥੀ ਮੱਝਾਂ ਚਾਰਨੀਆਂ, ਗਾਈਆਂ ਚਾਰਨੀਆਂ, ਭੇਡਾਂ ਬੱਕਰੀਆਂ ਚਾਰਨੀਆਂ। ਉਹ ਪਸ਼ੂਆਂ 'ਚ ਰਹਿਣ ਵਾਲੇ ਦੀ ਪਸ਼ੂਆਂ ਦੀ ਮੱਤ ਬਣ ਜਾਂਦੀ ਹੈ। ਜਿਹੜਾ ਸੰਗਤ ਵਿੱਚ ਆਉਂਦਾ ਉਹਨੂੰ ਗੁਰਮੱਤ ਵਿੱਚ ਆ ਜਾਂਦਾ। ਐਂ ਬੈਠੇ ਗੁਰਮੱਤ ਹੋ ਰਹੀ ਆ। ਹੁਣ ਮੈਂ ਉੱਥੇ ਲਿਜਾ ਰਿਹਾ ਸੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਆਖਿਆ, ਸੱਚੇ ਪਾਤਸ਼ਾਹ ਤੁਹਾਨੂੰ ਲੈ ਕੇ ਜਾਣਾ। ਨੌਵੇਂ ਪਾਤਸ਼ਾਹ ਨੂੰ ਆਖਿਆ, ਗੁਰੂ ਜੀ ਕਹਿੰਦੇ ਚੰਗਾ ਤਿਆਰੀ ਕਰ ਲਓ, ਜਿਹੜੇ ਅਸੀਂ ਨਿਯਮ ਦੱਸੇ ਨੇ ਇਹਨਾਂ ਤੇ ਪੂਰੇ ਉਤਰਿਓ। 7 ਵਚਨ ਆਖਿਆ। ਰਾਤ ਦਾ ਦੌਨ ਸੀ, ਦਿਨ ਚੜੇ ਗਏ। ਜਦੋਂ ਪਿੰਡ ਧਰਮਸ਼ਾਲਾ ਦੇ ਵਿੱਚ ਇਕੱਠੇ ਕੀਤੇ ਵੀ ਬੜਾ ਇਕੱਠ ਹੁੰਦਾ, ਬੜੀ ਸ਼ਾਂਤੀ ਆ। ਦੁਆਨ ਤੇ ਚੱਲ ਕੇ ਵੇਖੋ, ਚੱਲ ਕੇ ਵੇਖੋ ਦੁਆਨ ਤੇ ਆਪਾਂ ਦੁਆਨ ਲਵਾਈਏ। ਆਪਣੇ ਪਿੰਡ 'ਚ ਕਿੰਨੇ ਕਤਲ ਹੋ ਗਏ ਆ, ਕਿੰਨੀ ਸ਼ਰਾਬ ਕੱਢਦੇ ਆ, ਬੁਰਾ ਹਾਲ ਆ। ਸਰਕਾਰ ਵੀ ਥੱਕ ਗਈ ਆ, ਸਰਕਾਰੀ ਬੰਦਿਆਂ ਨੂੰ ਵੀ ਮਾਰ ਦਿੰਦੇ ਆ। ਤੇ ਇਸ ਕਰਕੇ ਆਪਣੇ ਖੇਤਾਂ ਦੇ ਵਿੱਚ ਕਿੰਨੇ ਡਰਮ ਸ਼ਰਾਬ ਦੇ ਪੈਂਦੇ ਆ। ਤੇ ਆਪਾਂ ਪ੍ਰੋਗਰਾਮ ਬਣਾਓ, ਸਾਰਾ ਇਹ ਕਰ ਲਈ। ਕਿਸੇ ਨੇ ਆਖਿਆ ਪ੍ਰਸ਼ਾਦੇ ਦੀ ਸੇਵਾ ਕਰਾਂਗੇ, ਕਿਸੇ ਨੇ ਆਖਿਆ ਪਹਿਰੇ ਦੀ, ਤੇ ਕੋਈ ਕਹਿੰਦਾ ਪੰਚਾਇਤ ਦੀ ਜਗ੍ਹਾ ਪਈ ਹੈ। ਤਿੰਨਾਂ ਪਿੰਡਾਂ ਦੇ ਸਾਂਝ 'ਚ ਪਈ ਜਗ੍ਹਾ, ਨਾਲੇ ਘਾਹ ਹੈ ਉੱਥੇ ਬਹੁਤ। ਗੁਰੂ ਜੀ ਨੇ ਆਖਿਆ ਛੱਪਰ ਹੋਣ 3-4 ਪਿੰਡ ਦੇ। ਕਹਿੰਦੇ ਛੱਪਰਾਂ ਦੀ ਕਿਹੜੀ ਗੱਲ, ਕਾਨੇ ਵੱਢ ਕੇ ਆਪਾਂ ਛੱਪਰ ਪਾ ਦਿੰਦੇ, ਵਧੀਆ 3 ਛੱਪਰ ਪਾ ਦਿੰਦੇ ਆ। ਇੱਕ ਗੁਰੂ ਜੀ ਵਾਸਤੇ ਪਾ ਦਿੰਦੇ ਆ ਬਈ ਪਾਣੀ। ਕਹਿੰਦੇ ਪਾਣੀ ਦਾ ਔਖਾ, ਪਾਣੀ ਦੂਰ ਆ, ਖੂਹ ਦੂਰ ਆ। ਤਾਂ ਪੰਚਾਇਤੀ ਜਗ੍ਹਾ ਸੀ ਨਾ ਘਾਹ ਵਾਲੀ, ਤੇ ਪਾਣੀ ਦਾ ਔਖਾ। ਉਹਨਾਂ ਦੇ ਵਿੱਚ ਇੱਕ ਭਾਈ ਲਾਲਾ ਨਾਂ ਦਾ ਸਿੱਖ ਬੋਲੇ। ਉਹ ਕਹਿੰਦਾ ਵੀ ਪਾਣੀ ਦੀ ਸੇਵਾ ਮੈਨੂੰ ਦੇ ਦਿਓ। ਇਤਿਹਾਸ 'ਚ ਲਿਖਿਆ ਵੀ ਉਹ ਕਹਿੰਦੇ ਵੇਖ ਲਾ, ਗੁਰੂ ਜੀ ਦੇ ਨਾਲ 600-700 ਸੇਵਾਦਾਰ ਬੈਗਮ ਪਰਿਵਾਰ ਵੀ ਹੈ। ਮਾਤਾ ਨਾਨਕੀ, ਮਾਤਾ ਗੁਜਰੀ ਜੀ ਵੀ ਨਾਲ, ਪਰਿਵਾਰ ਸਾਰਾ। ਮਾਮਾ ਕਿਰਪਾਲ ਚੰਦ ਸਾਰੇ ਨਾਲ। ਵੀ ਕਹਿੰਦਾ ਵੀ ਪਾਣੀ, ਉਹ ਕਹਿੰਦਾ ਵੀ ਸਿਰ ਜਾਵੇ ਤਾਂ ਜਾਵੇ, ਪਰ ਸਿੱਖੀ ਸਿਦਕ ਨਾ ਜਾਵੇ, ਮੈਂ ਪਾਣੀ ਲਿਆਊਂ। ਕਹਿੰਦੇ ਵੇਖ ਲਾ, ਜੇ ਪਾਣੀ ਨਾ ਆਵੇ ਅਸੀਂ ਬੰਨ੍ਹ ਕੇ ਕੁੱਟਾਂਗੇ। ਉਹ ਕਹਿੰਦੇ ਕੋਈ ਗੱਲ ਨਹੀਂ, ਪਾਣੀ ਆਊਗੀ। ਪਾਣੀ ਗੁਰੂ ਜੀ ਕੋਲ ਚਲੇ ਗਏ। ਅਗਲੇ ਦਿਨ ਦੀਵਾਨ ਲੱਗਿਆ, ਸਮਾਪਤੀ ਬੇਨਤੀ ਕੀਤੀ, ਪਾਤਸ਼ਾਹ ਜੀ ਤਿਆਰੀ ਹੈ ਸਾਰੀ, ਕਿਰਪਾ ਕਰੋ। ਗੁਰੂ ਜੀ ਕਹਿੰਦੇ ਸੰਗਰਾਂਦ ਦਾ, ਸ਼ਾਮ ਦਾ, ਰਾਤ ਦਾ, ਸਾਉਣ ਦਾ ਦੀਵਾਨ ਹੋਵੇਗਾ, ਦੀਵਾਨ ਹੋਵੇਗਾ। ਸੰਗਤਾਂ ਆ ਗਈਆਂ। ਭਾਈ ਲਾਲਾ ਉਹਨੇ ਘਰ ਦਾ ਕੀਮਤੀ ਨਹੀਂ ਸਮਾਨ ਵੇਚਤਾ ਸਮਾਨ ਵੇਚ ਕੇ ਸਮਾਨ ਨਾ 2 ਗਾਗਰਾਂ ਪਿੱਤਲ ਦੀਆਂ ਖਰੀਦ ਲੀਆਂ ਉਹਨੇ, ਤੇ 100 ਘੜਾ ਘੁਮਿਆਰਾਂ ਤੋਂ ਖਰੀਦ ਲਿਆ। ਤੇ ਖਰੀਦ ਕੇ 8 ਦਿਨ ਪਹਿਲਾਂ ਹੀ
ਰੱਖ ਕੇ ਉੱਥੇ ਤੇ ਬਿਸਤਰਾ ਵੀ ਆਪਦਾ ਲੈ ਗਿਆ ਤੇ ਸਿਰ ਤੇ ਪੱਕਾ ਹੀ ਬੰਨ ਲਿਆ, ਜੂੜੇ ਦੇ ਥੱਲੇ ਦੀ ਪੱਕਾ ਹੀ ਡੋਟਾ ਬੰਨ ਲਿਆ, ਡੋਟੇ ਦੇ ਤੇ ਰੱਸੀ ਬੰਨ ਲਈ ਸਣ ਦੀ, ਇਹਨੂੰ ਬੰਨ ਲਿਆ ਤੇ ਸਾਧ ਸੰਗਤ 2 ਗਾਗਰਾਂ 80 ਸ਼ੇਰ ਪਾਣੀ ਲਿਆਇਆ ਕਰੇ ਤੇ 100 ਘੜਾ ਭਰਿਆ 8 ਦਿਨਾਂ ਚ ਸਾਰਾ ਭਰਿਆ। ਤੇ ਗਰਮੀ ਦਾ ਮਹੀਨਾ, ਕੱਚੀ ਰੁੱਤ, ਉਧਰ ਛੱਪਰ ਪਾਏ, ਸਾਰੀ ਤਿਆਰੀ ਕੀਤੀ ਜਲ ਪਾਣੀ ਦੀ ਗੁਰਸਿੱਖਾਂ ਨੇ। ਤੇ ਉਧਰ ਸਤਿਗੁਰੂ ਜੀ ਰਥ ਵਿੱਚ ਆ ਗਏ, ਸੰਗਤਾਂ ਲਿਆਈਆਂ ਕੀਰਤਨ ਕਰਦੀਆਂ, ਸੰਗਤ ਕਰ ਲਿਆਈ ਸਾਰੀ, ਸੁੱਤੇ ਭਾਗ ਜਾਗ ਪਏ ਮੇਰੇ, ਦਰਸ਼ਨ ਹੋਇਆ ਗੁਰੂ ਜੀ ਦਾ। ਤੇ ਸਾਧ ਸੰਗਤੋਂ ਟਾਈਮ ਤੇ ਸਤਿਗੁਰੂ ਜੀ ਰਥ 'ਚ ਉਤਰੇ, ਖੱਦਰ ਦੀ ਵਿਛਾਈ ਕੀਤੀ ਵੀ ਸੀ, ਛੱਪਰ ਵਾਲੇ ਪਾਸੇ ਸਤਿਗੁਰੂ ਉਧਰ ਨਹੀਂ ਗਏ। ਸਤਿਗੁਰੂ ਕਿੱਧਰ ਗਏ? ਜਾਣੀ ਜਾਣ ਗੁਰੂ 9ਵੇਂ ਪਾਤਸ਼ਾਹ, ਜਿੱਧਰ ਭਾਈ ਕਾਰ ਕੀਤੀ ਭਾਈ ਲਾਲੇ ਦੀ ਸੇਵਾ, ਜਿੱਧਰ 100 ਘੜਾ ਭਰਿਆ ਪਿਆ ਸੀ। ਲੰਗਰ ਵੱਲ ਗਏ, ਗੁਰੂ ਜੀ ਵੇਖ ਕੇ ਕਹਿੰਦੇ ਵੀ ਗਏ ਤਾਂ ਅਸੀਂ ਬਹੁਤ ਆਈ ਹਾਂ, ਦੁਆਨ ਤਾਂ ਬਹੁਤ ਲੱਗਦੀ ਹੈ, ਪਿਆਰ ਵੀ ਸੰਗਤਾਂ ਦਾ ਬਹੁਤ ਜ਼ਿਆਦਾ ਹੈ, ਪਰ ਨਵੀਂ ਗੱਲ ਵੀ ਕਿੱਡੀ ਲੈਣ ਲੰਮੀਆਂ, 2 100 ਘੜਾ 50 ਘੜੇ 2 ਭਰੇ ਪਏ। ਸਤਿਗੁਰੂ ਚੱਪਣ ਚੱਕ ਕੇ ਠੰਡਾ ਪਾਣੀ ਚੂੜੀ ਦੇ ਨਾਲ ਆਪ ਹੀ ਛਕਿਆ। ਗੁਰੂ ਜੀ ਕਹਿੰਦੇ ਕਿਸ ਦੀ ਸੇਵਾ? ਭਾਈ ਲਾਲਾ ਪਾਸੇ ਹੋ ਗਿਆ, ਪਿੰਡ ਦੇ ਕਹਿੰਦੇ ਭਾਈ ਲਾਲਾ ਸਤਿਗੁਰੂ ਪੁੱਛਦੇ ਕਿਸ ਦੀ ਸੇਵਾ? ਕਹਿੰਦਾ ਜਿਹਨੇ ਕਰੀ ਹੋਊ ਆਪੇ ਬੋਲੂ। ਕਹਿੰਦੇ ਤੂੰ ਤਾਂ ਕਰੀ ਹੋ, ਕਹਿੰਦਾ ਮੈਂ ਕਾਹਨੂੰ ਕਰੀ ਆ? ਏਦਾਂ ਗੁਰੂ ਘਰ ਸਹਿ ਹੋਏ ਦਿਆਲ, ਸਾਈਂ ਕਾਰ ਕਰਾਏ ਦੀ ਸੋ ਸੇਵਕ ਸੇਵਾ ਕਰੇ, ਜਿਸ ਨੂੰ ਹੁਕਮ ਮਹਾਰਾਜ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵਾ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇਉਂ ਆਖਿਆ। ਸੰਗਤਾਂ ਨੇ ਆਖਿਆ ਜੀ ਭਾਈ ਲਾਲਾ ਸੇਵਾ ਤੇਰੀ ਹੈ? ਕਹਿੰਦਾ ਜੀ ਨਾ, ਇਹ ਤਾਂ ਤੁਸੀਂ ਸੇਵਾ ਲਾਈ ਹੈ, ਤੁਸੀਂ ਫੁਰਨਾ ਬਣਾਇਆ, ਕੰਮ ਹੀ ਸਾਰਾ ਦਾ ਚੰਗਾ। ਭਾਈ ਲਾਲਾ ਸੇਵਾ ਕਰ ਲਓ, ਸੇਵਾ ਕਰ ਲਾ। ਕਈ ਮੂਹਰੇ ਹੋਣ, ਜਿਹੜੇ ਅੱਜ ਹੀ ਆਏ ਉਦੋਂ ਹੀ ਆਏ। ਭਾਈ ਲਾਲਾ 8 ਦਿਨ ਦਾ ਸੇਵਾ ਕਰਦਾ ਸੀ, ਕੜਿਆਂ ਦੀ ਭਰ ਕੇ ਨਾ ਰਾਖੀ ਰੱਖਦਾ ਸੀ। ਗੁਰੂ ਜੀ ਕਹਿੰਦੇ ਸੇਵਾ ਕਰੋ। ਜਿੱਦੇ ਦੁਆਨਾ ਦੀ ਸਮਾਪਤੀ ਹੋਈ ਨਾ, ਗੁਰੂ ਜੀ ਕਹਿੰਦੇ ਰਿਜ਼ਲਟ ਉਹਦੇ ਬੋਲਾਂਗੇ, ਉਹਦੇ ਰਿਜ਼ਲਟ ਬੋਲਿਆ ਜਾਊਗਾ ਸਾਰਾ। ਸੇਵਾ ਕਰੋ, ਇਉਂ ਆਖਿਆ। ਭਾਈ ਲਾਲਾ 8 ਦਿਨ ਘੜੇ ਪਾਣੀ ਦੇ ਹੋਰ ਲਿਆ, 16 ਦਿਨ ਲੰਘ ਗਏ, ਪਾਣੀ ਲੱਗਾ ਮੁੱਕਣ। ਭਾਈ ਲਾਲੇ ਨੂੰ ਰਾਤ ਨੂੰ ਵੀ ਪਾਣੀ ਲਿਆਉਣਾ ਪਿਆ। ਭਾਈ ਲਾਲੇ ਨੂੰ ਰਾਤ ਨੂੰ ਵੀ ਮਹਾਰਾਜ ਪਾਣੀ ਲਿਆਉਣਾ ਪਿਆ, ਪਾਣੀ ਲਿਆਉਂਦਾ ਰਿਹਾ। ਇੱਕ ਦਿਨ ਗੁਰੂ ਜੀ ਨੇ ਬਚਨ ਕਰਤਾ ਵੀ ਸੇਵਾ ਵੀ ਵੱਡੀ ਹੈ, ਸਿਮਰਨ ਵੀ ਵੱਡਾ ਹੈ, ਪਰ ਸਤਸੰਗ ਵਿੱਚ ਬੈਠਣਾ ਚਾਹੀਦਾ। ਜਿਹੜਾ ਸਤ ਸੰਗਤ ਕਰਕੇ ਸਤ ਗੁਰੂ ਨੂੰ ਆਖੇ, ਜਿਹੜਾ ਗੁਰੂ ਦੇ ਕੋਲੇ ਬਹਿੰਦਾ ਨਹੀਂਗਾ, ਸੇਵਾ ਕਰਦਾ, ਉਹਦੀ ਸੇਵਾ ਅਧੂਰੀ ਹੈ। ਭਾਈ ਲਾਲੇ ਦੇ ਕੰਨਾਂ 'ਚ ਆਵਾਜ਼ ਪਈ, ਮਨਾ 16 ਦਿਨ ਹੋ ਗਏ ਗੁਰੂ ਜੀ ਨੂੰ ਆਇਆ, ਬੈਠਣ ਦਾ ਟਾਈਮ ਨਹੀਂ ਲੱਗਿਆ, ਵੀ ਅੱਜ ਬਹਿ ਨਾ ਜਾਈਏ ਦੁਆਨ 'ਚ। ਭਾਈ ਲਾਲੇ ਨੇ ਆਖਿਆ ਵੀ ਡੋਟਾ ਬੜਾ ਵੱਡਾ ਬੰਨਿਆ, ਐਂ ਜੇ ਵਿੱਚ ਜੀ ਆਏ, ਸੰਗਤਾਂ ਦੀ ਬਿਰਤੀ ਖਿੰਡੂਗੀ ਵੀ ਇਹ ਕੌਣ ਆ ਗਿਆ ਐਡੀ ਵੱਡੀ ਪੱਗ ਜੀ ਵਾਲਾ। ਤੇ ਪਾਸੇ ਹੋ ਕੇ ਪਹਿਲਾਂ ਦੁਪੱਟਾ ਢਿੱਲਾ ਸਿਰ ਤੇ 16 ਦਿਨ ਹੋ ਗਏ ਬੰਨੇ ਨੂੰ, ਤੇ ਕਨਾਤ ਮਾਈਆਂ ਵਾਲੇ ਪਾਸੇ। ਤੇ ਉਧਰ ਪਹਿਲਾਂ ਉਤਲਾ ਦੁਪੱਟਾ ਖੋਲਿਆ, ਫਿਰ ਸਣ ਦੀ ਰੱਸੀ ਉੱਤੋਂ ਖੋਲੀ, ਇੱਥੋਂ ਬੰਨੀ ਸੀ ਠੋਡੀ ਨੂੰ, ਗੰਢ ਦਿੱਤੀ ਸੀ, ਉਹ ਖੋਲੀ। ਫਿਰ ਉੱਤੋਂ ਖੇਸ ਬੰਨਿਆ ਸੀ, ਉਹ ਖੋਲਿਆ।
ਖੋਲ ਕੇ ਕੇਸ ਝਾੜੇ। ਜੇ ਕੇਸ ਝਾੜੇ ਨਾ ਤੇ ਆਪਣੀਆਂ ਉਂਗਲਾਂ ਨੂੰ ਖੂਨ ਲੱਗਿਆ, ਖੂਨ ਲੱਗਿਆ। ਦੇਵ ਨੇ ਧੰਨ ਮਾਤਾ ਗੁਜਰੀ ਜੀ ਦੀ ਨਿਗਾਹ ਪੈ ਗਿਆ ਐ ਕਨਾਤ ਦੇ ਪਿੱਥਵੀ ਦੀ। ਮਾਤਾ ਜੀ ਭੱਜ ਕੇ ਗਏ। ਮਾਤਾ ਜੀ ਕਹਿੰਦੇ ਪੁੱਤਰ ਵੀ ਅਸੀਂ ਵੇਨੇ ਤੇਰੀ ਤਾਂ ਸੇਵਾ ਹੀ ਬਹੁਤ ਜ਼ਿਆਦਾ ਹੈ, ਵੀ ਮਾੜੀ ਗੱਲ ਕੀਤੀ ਕਿਸੇ ਨੇ ਤੇਰੇ ਸਿਰ 'ਚ ਮਾਰਿਆ? ਕਹਿੰਦੇ ਮਾਤਾ ਜੀ ਕਿਸੇ ਨੇ ਮਾਰਿਆ ਨਹੀਂ ਹੈ, 16 ਦਿਨ ਅਗੇ ਪਾਣੀ ਆਉਂਦੇ ਨੂੰ, ਖੂਹ ਦੀ ਮੌਣ ਹੈ ਕੱਚੀ। ਜਦੋਂ ਉੱਥੋਂ ਮੈਂ ਗਾਗਰ ਚੱਕਦਾ ਨਾ, ਗਾਗਰ ਦੇ ਥੱਲੇ ਹੁੰਦਾ ਥੋੜਾ ਰੇਤਾ ਲੱਗਿਆ ਵਾ। ਜਦੋਂ ਮੈਂ ਗਾਗਰਾਂ ਚੱਕਦਾ ਪਾਣੀ ਛਲਕਦਾ ਰੇਤਾ ਤੇ ਮੇਰਾ ਸਿਰ ਸੰਨ ਦੇ ਵਿੱਚ ਘਸ ਗਿਆ, ਸਿਰ ਹੀ ਘਸ ਗਿਆ। ਉਹ ਘਸਣ ਦੇ ਕਾਰਨ ਕੱਚੀ ਰੁੱਤ ਕਰਕੇ ਹਵਾ ਨਹੀਂ ਲਵਾਈ ਗਈ, ਜ਼ਖਮ ਹੋ ਗਿਆ। ਮਾਤਾ ਜੀ ਬੜੇ ਦਿਆਵਾਨ ਸੀ। ਮਾਤਾ ਜੀ ਨੇ ਪਾਸੇ ਨੂੰ ਕੇਸ ਕਰਕੇ ਵੇਖਿਆ, ਵਿੱਚੋਂ ਕੀੜੇ। ਮਾਤਾ ਜੀ ਦਾ ਦਿਲ ਕਰਕਾਇਆ। ਮਾਤਾ ਜੀ ਹੌਲੀ ਹੌਲੀ ਸਤਿਗੁਰਾਂ ਕੋਲ ਆਏ, ਦੁਆਨ 'ਚ ਆਏ। ਮਾਤਾ ਕਹਿਣ ਲੱਗੇ ਸੱਚੇ ਪਾਤਸ਼ਾਹ ਮਾਤਾ ਜੀ ਨੂੰ, ਕਹਿੰਦੇ ਲਾਲ ਜੀਓ ਤੁਸੀਂ ਆਪ ਦਾ ਤਾਂ ਪਰਮੇਸ਼ਰ ਬੜਾ ਖਿਆਲ ਕਰਦੇ ਆ, ਸਾਡੀ ਬੜੀ ਨਿਗਾਹ ਰੱਖਦੇ ਆ। ਜਿਹੜੇ ਦਿਨ ਰਾਤ ਪਾਣੀ ਢੋਂਦੇ ਬੌਰੇ ਹੋਏ ਪਏ ਆ, ਉਹਨਾਂ ਦਾ ਵੀ ਕਿਤੇ ਖਿਆਲ ਕਰ ਲਿਆ ਕਰੋ। ਤੇ ਸਤਿਕਾਰ ਬਹੁਤ ਕਰਦੇ। ਕਹਿੰਦੇ ਮਾਤਾ ਜੀ ਦੱਸੋ। ਆਖਿਆ ਦੱਸੋ। ਜੇ ਸਤਿਗੁਰ ਜੀ ਉੱਠ ਕੇ ਨਾਲ ਗਏ, ਮਾਤਾ ਨਾਨਕੀ ਜੀ ਸੀ, ਕਹਿੰਦੇ ਜੇ ਸਾਰ ਲੈਣੀ ਤਾਂ ਫਿਰ ਇਸ ਦੀ ਲਓ। ਜੇ ਸਤਿਗੁਰਾਂ ਨੇ ਵੇਖਿਆ, ਪੁੱਛਿਆ, ਸਾਰਾ ਪੁੱਛਿਆ ਵੇਖਿਆ, ਸਤਿਗੁਰਾਂ ਨੇ ਆਪਣਾ ਜਰੀ ਦਾ ਕੱਢਿਆ ਹੋਇਆ ਕਮਰ ਕੱਸਾ ਖੋਲਿਆ। ਇਉਂ ਨਹੀਂ ਕਿਹਾ ਕੋਈ ਲੀੜਾ ਲਿਆਓ, ਇਉਂ ਨਹੀਂ ਕਿਹਾ ਕੋਈ ਵੈਦ ਲਿਆਓ। ਖੋਲ ਕੇ ਕਮਰ ਕੱਸਾ ਗੁਰੂ ਜੀ ਨੇ ਥੋੜਾ ਪਾੜ ਕੇ ਉਂਗਲ ਨੂੰ ਲਵੇੜ ਕੇ ਭਾਈ ਲਾਲੇ ਦਾ 9ਵੇਂ ਪਾਤਸ਼ਾਹ ਜ਼ਖਮ ਸਾਫ਼ ਕਰਨ ਲੱਗੇ। ਸਾਫ਼ ਕਰਨੀ ਹੈ। ਇੱਕ ਅਦਾਸੀ ਸੇਵਾਦਾਰ ਭਾਈ ਗੁਰਬਖਸ਼, ਉਹਨੇ ਬੇਨਤੀ ਕੀਤੀ, ਹਜ਼ੂਰ ਇਹ ਪਾਕ ਹੈ ਖੂਨ, ਤੁਹਾਡੇ ਜਾਮੇ ਤੇ ਛਿੱਟੇ ਪੈਣਗੇ, ਤੁਸੀਂ ਪਾਸੇ ਹੋਵੋ ਤੇ ਮੈਨੂੰ ਸੇਵਾ ਬਖਸ਼ੋ। ਸਤਿਗੁਰ ਕਹਿੰਦੇ ਭਾਈ ਗੁਰਮੁਖਾ ਉਹ ਪਾਣੀ ਮੇਰੀ ਖਾਤਰ ਢੋਵੇ ਤੇ ਜ਼ਖਮ ਤੂੰ ਸਾਫ਼ ਕਰੇ। ਕਿੱਥੇ ਲਿਖਿਆ? ਗੁਰੂ ਜੀ ਕਹਿੰਦੇ ਜੇ ਮੇਰੀ ਖਾਤਰ ਪਾਣੀ ਢੋਂਦਾ ਹੈ ਤੇ ਜ਼ਖਮ ਵੀ ਸਾਫ਼ ਕਰਨਾ, ਇਹ ਫਿਰ ਮੇਰੇ ਹਿੱਸੇ ਆਇਆ। 9ਵੇਂ ਪਾਤਸ਼ਾਹ ਸਾਡੇ ਗੁਰੂ ਸਾਹਿਬ ਕਹਿੰਦੇ ਆ ਸੱਚੇ ਪਾਤਸ਼ਾਹ ਅੱਜ ਹਾੜ ਦਾ ਮਹੀਨਾ ਹੁੰਦਾ ਤੇ ਗੁਰੂ ਜਰਾਬਾਂ ਪਾਈਆਂ ਹੁੰਦੀਆਂ। ਜੇ ਕੋਈ ਕਹਿੰਦਾ ਵੀ ਆ ਜਾ ਤੈਨੂੰ ਲੱਖ ਰੁਪਈਆ ਦੇ ਦਿੰਦੇ, ਕਹਿੰਦੇ ਚਲੋ ਜੀ ਚਰਨ ਪਾਉਣੇ। ਚਰਨ ਕਹਿੰਦੇ ਫੀਸ ਆ ਜੀ ਸਾਡੀ, ਫੀਸ। ਜਰਾਬਾਂ ਲਾਉਣੀਆਂ ਨੇ, ਗਿੱਟੇ ਨੂੰ ਮਿੱਟੀ ਲੱਗਣ ਦੇਣੀ। ਗੁਰੂ ਬਚੋ ਇਹਨਾਂ ਕੱਚਿਆਂ ਤੋਂ, ਸਤਿਗੁਰ ਦੀ ਸੰਗਤ ਕਰੋ। ਵੇਖੋ ਪੂਰਾ ਗੁਰੂ 9ਵੇਂ ਪਾਤਸ਼ਾਹ ਕਹਿੰਦੇ ਅਸੀਂ ਸਾਫ਼ ਕਰਨਾ। ਸਤਿਗੁਰ ਕਹਿੰਦੇ ਮੱਲਮ ਲਿਆਓ। ਨਾਲ ਉਦਾਸੀ ਸਾਧੂ ਸੀਗੇ, ਉਹ ਮੱਲਮ ਬਣਾਉਂਦੇ ਹੁੰਦੇ ਸੀ। ਉਹ ਕਹਿੰਦੇ ਗੁਰੂ ਜੀ ਲਿਆਓ। ਸੀ ਗੁਰੂ ਜੀ ਕਹਿੰਦੇ ਨਹੀਂ। ਗੁਰੂ ਜੀ ਕਹਿੰਦੇ ਮੈਨੂੰ ਬਹੁਤ ਪਿਆਰਾ ਮੈਨੂੰ ਬਹੁਤ ਮੇਰਾ ਪਿਆਰਾ ਸਿੱਖ ਹੈ, ਪਾਣੀ ਢੋਣ ਵਾਲੇ ਤੇ ਮੇਰੇ 'ਚ ਤਾਂ ਕੋਈ ਫਰਕ ਹੀ ਹੈ ਨਹੀਂ। ਇਉਂ ਆਖਿਆ। ਮੱਲਮ ਸਤਿਗੁਰਾਂ ਜੀ ਨੇ ਆਪਣੀ ਉਂਗਲ ਦੇ ਨਾਲ ਜਿਹੜਾ 26 ਸਾਲ ਭੋਰ 'ਚ ਬਹਿ ਕੇ ਬਾਬਾ ਬਕਾਲੇ ਮਾਲਾ ਦਾ ਸਿਮਰਨ ਕੀਤਾ, ਉਹ ਅੱਜ ਉਂਗਲ ਭਾਈ ਲਾਲੇ ਦੇ ਜ਼ਖਮ ਵਿੱਚ ਮੱਲ ਮਲਾ ਰਹੀ ਹੈ। ਮੱਲ ਮਿਲਾ ਕੇ ਸਤਿਗੁਰਾਂ ਨੇ ਜਿਹੜਾ ਬਚਿਆ ਕਮਰ ਕਸਾ ਆਪਦਾ
ਉਹਦੇ ਨਾਲ ਐਂ ਟਿਕਾ ਕੇ ਪੱਟੀ ਕਰਕੇ ਦੂਰੀ ਕਰਕੇ ਤੀਰੀ ਕਰਕੇ ਗੁਰੂ ਜੀ ਆਪਣੇ ਹੱਥਾਂ ਨਾਲ ਗੰਢ ਦਿੰਦੇ ਆ। ਗੰਢ ਦੇ ਕੇ ਗੋਲ ਉੱਤੇ ਦੁਪੱਟਾ ਬੰਨ੍ਹ ਕੇ ਸਤਿਗੁਰੂ ਜੀ ਦੀਵਾਨ ਵਿੱਚ ਲਿਆਈ, ਲਿਆ ਕੇ ਕਹਿੰਦੇ ਭਾਈ ਲਾਲਾ ਤੇਰੀ ਸੇਵਾ ਮਨਜ਼ੂਰ ਹੋ ਗਈ ਹੈ, ਅਸੀਂ ਖੁਸ਼ ਬਹੁਤ ਹਾਂ, ਕੁਛ ਮੰਗ ਲਾ। ਭਾਈ ਲਾਲੇ ਨੇ ਆਖਿਆ ਜੀ ਸੇਵਾ ਹੀ ਹੋਰ ਬਖਸ਼ ਦਿਓ। ਸਤਿਗੁਰ ਕਹਿੰਦੇ ਦਿਮਾਗ ਦਾ ਕੰਮ ਹੈ, ਕੱਚੀ ਰੁੱਤ ਹੈ, ਸਿਰ ਤੇ ਗਾਗਰ ਨਹੀਂ ਰੱਖਣੀ। ਕਹਿਣ ਲੱਗਾ ਜੀ ਮੈਂ ਪਿੰਡ ਦਿਆਂ ਦੇ ਨਾਲ ਪਰਨ ਕੀਤਾ ਹੋਇਆ, ਮੈਂ ਜਿੰਨੇ ਚਿਰ ਤੁਸੀਂ ਇੱਥੇ ਮੈਂ ਟਿਕ ਨਹੀਂ ਸਕਦਾ। ਸਿਰ ਜਾਵੇ ਤਾਂ ਜਾਵੇ, ਪਰ ਮੇਰਾ ਸਿੱਖੀ ਪੰਚਾਇਤ ਵਿੱਚ ਗੱਲ ਹੋਈ, ਸਿੱਖੀ ਸਿਦਕ ਨਾ ਜਾਵੇ। ਇਉਂ ਆਖਿਆ। ਸਤਿਗੁਰ ਜੀ ਕਹਿਣ ਲੱਗੇ ਸਿੱਖੋ ਐ ਕਰੋ, ਭਾਈ ਲਾਲੇ ਦਾ ਪਿਛਲੇ ਜਨਮਾਂ ਦਾ ਪਿਆਰ ਹੈ, ਤੇ ਭਾਈ ਲਾਲੇ ਨੂੰ ਆਪਣਾ ਗੱਡਾ ਦਿਓ ਸਮਾਨ ਵਾਲਾ, ਤੇ 2 ਦਿਓ ਬਲਦ। ਤੇ ਭਾਈ ਲਾਲਾ ਜੇ ਸਿਰ ਤੇ ਗਾਗਰ ਰੱਖੀ ਤਾਂ ਸਾਡਾ ਸਿਰ ਹੈ, ਤੇਰਾ ਸਿਰ ਨਹੀਂ ਹੈ। ਸਰੀ ਤੇਰੇ ਵਰਗਿਆਂ ਦੀ ਲੋੜ ਬਹੁਤ ਜ਼ਿਆਦੇ ਐਸ ਧਰਤੀ ਤੇ, ਤੇਰੇ ਵਰਗਿਆਂ ਦੀ ਲੋੜ ਆ ਸਾਨੂੰ। ਤੇ ਭਾਈ ਲਾਲਾ ਤੂੰ ਐਂ ਕਰੀ, ਮੂਹਰੇ ਰੱਸੇ ਫੜ ਲਈ ਤੇ ਗਾਗਰਾਂ ਬੰਨ੍ਹ ਲਾ ਉੱਤੇ, ਤੇ ਗੱਡੇ ਦੇ ਨਾਲ ਪਾਣੀ ਲਿਆਇਆ ਕਰ, ਤੇ ਬਚਨ ਨਾ ਮੋੜੀ। 7 ਬਚਨ ਆਖੇ। ਪਾਣੀ ਢੋਇਆ, ਦੁਆਨਾਂ ਦੀ ਸਮਾਪਤੀ ਹੋਣ ਲੱਗੀ। ਗੁਰੂ ਜੀ ਕਹਿੰਦੇ ਸੱਚੇ ਪਾਤਸ਼ਾਹ ਥੋੜੇ ਦਿਨ ਰਹਿ ਗਏ, ਅਸੀਂ ਜਾਣਾ, ਅਸੀਂ ਜਾਣਾ। ਭਾਈ ਲਾਲੇ ਨੇ ਆਖਿਆ ਪਾਤਸ਼ਾਹ ਜੀ ਕਿਰਪਾ ਕਰੋ ਵੀ 16 ਦਿਨ ਮੈਂ ਇੱਥੋਂ ਦੁਆਨਾਂ 'ਚ ਬੈਠਾ ਨਹੀਂ ਗਿਆ, ਮੇਰੇ ਸਾਰੀ ਉਮਰ ਚਿੱਤ 'ਚ ਰਹਿਣੀ ਹੈ ਵੀ ਬੈਠਾ ਨਹੀਂ ਗਿਆ, ਇੱਕ ਸਿਰ ਤੇ ਗਾਗਰ ਨਹੀਂ ਰੱਖੀ ਗਈ, ਘਾਟਾ ਬਹੁਤ ਪੈ ਗਿਆ। ਹੁਣ ਕਿਰਪਾ ਕਰਕੇ 10 ਦੁਆਨਾਂ ਦੀ ਹੋਰ ਬਖਸ਼ਿਸ਼ ਕਰ ਦਿਓ। ਗੁਰੂ ਜੀ ਕਹਿੰਦੇ ਭਾਈ ਲਾਲਾ ਕੋਈ ਰੱਬ ਨੂੰ ਰੋਕਣ ਵਾਲਾ ਹੋਵੇ, ਰੱਬ ਇੱਕ ਕਦਮ ਨਹੀਂ ਤੁਰ ਸਕਦਾ। ਭਾਈ ਲਾਲਾ ਤੇਰੇ ਕਹਿਣ ਦੇ ਨਾਲ ਅਸੀਂ 10 ਦਿਨ ਹੋਰ ਰਵਾਂਗੇ, 10 ਦਿਨ ਹੋਰ ਰਵਾਂਗੇ। ਪਾਣੀ ਦੀ ਸੇਵਾ ਕੀਤੀ, ਮੰਗਿਆ ਸੇਵਾ ਹੀ, ਮੰਗਿਆ 10 ਦੁਆਨ ਹੋਰ ਦੇ ਦਿਓ, ਹੋਰ ਦੇ ਦਿਓ। ਗੁਰੂ ਜੀ ਕਹਿੰਦੇ ਭਾਈ ਲਾਲਾ ਅਸੀਂ ਤੇਰੇ ਤੇ ਟੁੱਟੇ ਆ, ਹੋਰ ਕੁਛ ਮੰਗ ਲਾ। ਉਹਨੇ ਆਖਿਆ ਜੀ ਅਸੀਂ ਇੱਥੇ 5 ਸਿੱਖ ਹਾਂ, 5 ਤੇ ਕਿਰਪਾ ਕਰੋ ਵੀ ਸਾਡਾ ਸਾਰਾ ਪਿੰਡ ਸਿੱਖਾਂ ਵਾਲਾ ਬਣਾ ਦਿਓ, ਸਾਰਾ ਪਿੰਡ ਹੀ ਬਣਾ ਦਿਓ। ਗੁਰੂ ਜੀ ਕਹਿੰਦੇ ਹੋਰ ਕੁਛ ਮੰਗ ਲਾ। ਉਹਨੇ ਆਖਿਆ ਜੀ ਇੱਕ ਧਰਮਸ਼ਾਲਾ ਇਹੋ ਜਿਹੀ ਹੋਵੇ ਜਿੱਥੇ ਕਥਾ ਕੀਰਤਨ ਦੋਹੀ ਟੈਮੀ ਸੰਗਤ ਕਰੇ। ਗੁਰੂ ਜੀ ਕਹਿੰਦੇ ਹੋਰ ਕੁਛ ਮੰਗ ਲਾ। ਕਹਿਣ ਲੱਗੇ ਜੀ ਮੰਗ ਤਾਂ ਬਹੁਤ ਵੱਡੀ ਹੈ। ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ, ਅਸੀਂ ਪੂਰੀ ਕਰ ਦਿਆਂਗੇ। ਕਹਿਣ ਲੱਗੇ ਸੱਚੇ ਪਾਤਸ਼ਾਹ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਉਹਨਾਂ ਚਿਰ ਤੁਸੀਂ ਇੱਥੇ ਹੀ ਰਹੋ। ਗੁਰੂ ਜੀ ਨੈਣ ਭਰੇ ਹੋਏ ਛਾਤੀ ਨਾਲ ਲਾ ਲਿਆ ਭਾਈ ਲਾਲੇ ਨੂੰ, ਕਹਿੰਦੇ ਭਾਈ ਲਾਲਾ ਤੂੰ ਆਪਦੇ ਵਾਸਤੇ ਕੁਛ ਨਹੀਂ ਮੰਗਦਾ, ਆਪਦੇ ਵਾਸਤੇ ਕੁਛ ਨਹੀਂ ਮੰਗਦਾ। ਸਤਿਗੁਰ ਬਹੁਤ ਖੁਸ਼ ਹੋਏ। ਦੁਆਨ ਸਜ ਗਿਆ, ਸਮਾਪਤੀ ਹੋ ਗਈ ਤੇ 40 ਦੁਆਨ ਲਾਈ, 40 ਦੁਆਨ ਲਾਈ। 40ਵੇਂ ਦਿਨ ਰਾਗੀਆਂ ਨੇ ਪੜ੍ਹਤਾ ਤਾਰਨਾ। 40 ਦਿਨ ਜਿੱਥੇ ਰਹਿ ਜਾਣ ਗੁਰੂ ਸਾਹਿਬ 3 ਦੁਆਨ ਲਾਉਂਦੇ ਸੀ, ਇੱਕ ਸੁਬਾਹ ਦਾ ਇੱਕ ਸ਼ਾਮ ਦਾ। ਦੁਪਹਿਰ ਦਾ ਦੁਆਨ ਲਾਉਂਦੇ ਸੀ ਸੰਗਤਾਂ ਨੂੰ ਭੁਗਤਾਉਣ ਦਾ, ਮਰੀਜ਼ਾਂ ਨੂੰ ਦੁੱਖ ਸੁੱਖ ਪੁੱਛਣ ਦਾ, ਆਰਾਮ ਕਰਨ ਦਾ। 3 ਦੁਆਨ ਲਾਉਂਦੇ ਸੀ ਸੱਚੇ ਪਾਤਸ਼ਾਹ। ਤੇ ਉਸ ਟਾਈਮ ਤੇ ਸੱਚੇ ਪਾਤਸ਼ਾਹ ਜਦੋਂ ਜਾਣਾ ਸੀ ਨਾ ਤੇ ਸਾਰੇ ਪਿੰਡ ਦਾ ਪਿਆਰ ਬਣ ਗਿਆ। ਭੱਠੀਆਂ ਢਾਤੀਆਂ, ਚਿਰਾਗ ਚੱਕ ਤੇ
ਛੱਜ ਨਾ ਭਰ ਭਰ ਕੇ ਛੱਪੜ ਦੇ ਚਾਰ ਚਫੇਰੇ ਚਿਰਾਗ ਹੀ ਚਿਰਾਗ ਪਏ। ਘਰ ਘਰ ਬਾਬੇ ਨਾਨਕ ਦੀਆਂ ਜੋਤਾਂ ਜਗਣ ਲੱਗ ਪਈਆਂ। ਆਹ ਕਈ ਕਹਿੰਦੇ ਜੋਤ ਨਾ ਜਗਾਓ, ਇਤਿਹਾਸ ਪੜ੍ਹ ਕੇ ਵੇਖੋ। ਜੋਤਾਂ ਜਗਣ ਲੱਗ ਪਈ। ਘਿਓ ਦੀ ਜੋਤ ਕੀ ਹਰਜ ਹੈ? ਘਿਓ ਦੀ ਜੋਤ ਲਾ ਦੇਵੇ, ਗੁਰੂ ਨਾਨਕ ਦੀ ਹੈ ਜੋਤ ਹੈ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਇਹ ਆਖਿਆ ਗੁਰੂ ਜੀ ਨੇ। ਤਿਹਤੇ ਚੰਨ ਸਭਾ ਚੰਨ, ਗੁਰੂ ਜੀ ਨੇ ਆਰਤੀ ਦੇ ਵਿੱਚ ਜੋਤ ਦੀ ਗੱਲ ਫਰਮਾਨ ਕੀਤਾ ਗੁਰਬਾਣੀ ਦੁਆਰਾ। ਤੇ ਇਸ ਕਰਕੇ ਸਾਧ ਸੰਗਤ ਉੱਤੇ ਮਿਹਰ ਕੀਤੀ। ਜੋਤਾਂ ਜਗਣ ਪਾਏ। ਪਿੰਡ ਹੀ ਪਿੰਡ ਦਾ ਨਕਸ਼ਾ ਹੀ ਬਦਲਤਾ 40 ਦਿਨਾਂ 'ਚ। ਸੱਚੇ ਪਾਤਸ਼ਾਹ ਦਾੜੇ ਖੁੱਲੇ, ਕਲਫ ਲਾਈ, ਸਾਰਿਆਂ ਨੇ ਧੋਤੀ। ਕਈਆਂ ਨੇ ਗੋਲ ਪੱਗਾਂ ਬੰਨ੍ਹ ਲਈਆਂ, ਦਸਤਾਰਾਂ ਜਿਹੜੇ ਜਮੇ ਨਹੀਂ ਸੀ ਬੰਨ੍ਹਦੇ, ਮੋਨੇ ਕੋਨੇ ਉਹ ਪੱਗਾਂ ਬੰਨ੍ਹ ਲਈਆਂ। ਸਾਰਾ ਪਿੰਡ ਇੱਕ ਟੱਕ ਸਿੱਖ ਬਣ ਗਿਆ। ਸਿੱਖ ਬੇਨਤੀ ਕੀਤੀ। ਰਾਗੀ ਸੀਗਾ ਨਾ, ਸ਼ਾਹ ਨੂੰ ਪੜ੍ਹਦਾ ਧਾਰਨਾ ਪੜ੍ਹਦੀ। ਨਦੀਆਂ ਦੇ ਬਹਿਣ ਵਿਛੜੇ, ਕਿਤੇ ਹੋਣਗੇ ਸਬਾਬਾਂ ਨਾਲ ਮੇਲ। ਗੁਰੂ ਜੀ ਦੇ ਰਾਗੀਆਂ ਨੇ ਪੜ੍ਹਤਾ ਵੀ ਗੁਰੂ ਜੀ ਨੇ ਕੱਲ੍ਹ ਨੂੰ ਚਲੇ ਜਾਣਾ। ਨਦੀਆਂ ਦੇ ਬਹਿਣ ਵਿਛੜੇ, ਕਿਤੇ ਹੋਣਗੇ ਸਬਾਬਾਂ ਨਾਲ, ਫੇਰ ਕਿਤੇ ਆਉਣਗੇ ਗੁਰੂ ਸਾਹਿਬ। ਸੰਗਤ ਉੱਠ ਖੜੀ, ਵਿੱਚ ਚੰਗੇ ਚੰਗੇ ਬੰਦੇ। ਕਹਿੰਦੇ ਸੱਚੇ ਪਾਤਸ਼ਾਹ ਜੀ ਜਾਣ ਨਹੀਂ ਦੇਣਾ, ਤੁਹਾਨੂੰ ਰੱਖਣਾ। ਇਉਂ ਆਖਿਆ ਰੱਖਣਾ। ਗੁਰੂ ਜੀ ਕਹਿੰਦੇ ਜੇ ਰੱਖਣਾ ਨਾ ਸਾਡਾ ਬਚਨ ਮੰਨਣਾ ਪਊਗਾ। ਉਹਨਾਂ ਨੇ ਆਖਿਆ ਜੀ ਕਰੋ ਬਚਨ। ਕੀ ਬਚਨ ਮੰਨਣਾ ਪਊਗਾ? ਗੁਰੂ ਜੀ ਕਹਿੰਦੇ ਜਿਹੜਾ ਭਾਈ ਲਾਲਾ ਨਾ, ਇਹਦਾ ਇਸ਼ਨਾਨ ਕਰਾ ਕੇ ਲਿਆਓ। ਇਸ਼ਨਾਨ ਕਰਾ ਕੇ ਲਿਆਇਆ। ਸਤਿਗੁਰ ਕਹਿੰਦੇ ਮਾਤਾ ਜੀ ਸਾਡਾ ਜਰੀ ਦਾ ਕੱਢਿਆ ਹੋਇਆ ਚੋਲਾ ਨਾ ਲਿਆਓ। ਤੇ ਭਾਈ ਲਾਲੇ ਦੇ ਗਲ ਵਿੱਚ ਪਾਤਾ ਚੋਲਾ, ਪਾ ਕੇ ਖੱਬੇ ਪਾਸੇ ਬੁਹਾ ਲਿਆ। ਤੇ ਬੁਹਾ ਕੇ ਕਹਿੰਦੇ ਸਾਧ ਸੰਗਤ ਸਾਡੀ ਤਾਂ ਡਿਊਟੀ ਹੈ ਪ੍ਰਚਾਰ ਦੀ, ਇਸ ਤਾਂ ਜਾਣਾ ਹੈ। ਭਾਈ ਲਾਲਾ ਸੇਵਾ ਕਰਕੇ 40 ਦਿਨ 'ਚ ਸਾਡਾ ਰੂਪ ਬਣ ਗਿਆ। ਜੇ ਕਿਸੇ ਨੇ ਕੋਈ ਭੁਗਤਣਾ ਹੋਵੇ, ਬਚਨ ਕਰਨਾ ਹੋਵੇ, ਤਾਂ ਜਿਹੜਾ ਭਾਈ ਲਾਲੇ ਦੇ ਦਰਸ਼ਨ ਕਰੂ, ਸਾਡੇ ਦਰਸ਼ਨਾਂ ਦਾ ਫਲ ਮਿਲੂ। ਜੇ ਕਿਸੇ ਨੇ ਦੁੱਧ ਪੁੱਤ ਦੀ ਦਾਤ ਲੈਣੀ ਹੋਵੇ ਭਾਈ ਲਾਲੇ ਕੋਲ, ਜਿਹੜਾ ਬੇਨਤੀ ਕਰੂ ਭਾਈ ਲਾਲੇ ਵਿੱਚ ਦੀ ਅਸੀਂ ਵਚਨ ਕਰਾਂਗੇ, ਉਹਦਾ ਬੇੜਾ ਪਾਰ ਹੋ। ਬਾਹਰ ਦੇਤਾ ਭਾਈ ਲਾਲੇ ਨੂੰ ਸਿੱਖੀ ਦੀ ਮੰਜੀ ਬਖਸ਼ਤੀ ਉਸ ਪਿੰਡ ਦੀ। ਭਾਈ ਲਾਲਾ ਸਾਡਾ ਰੂਹ ਬਣ ਗਿਆ। ਤੇ ਕਈ ਵਿੱਚ ਇਹੋ ਜਿਹੇ ਹੁੰਦੇ ਆ, ਦੋ ਚਾਰ ਕਹਿੰਦੇ ਯਾਰ ਹੱਦ ਹੋ ਗਈ, ਪਾਣੀ ਢੋਇਆ 40 ਦਿਨ ਗੁਰੂ ਦਾ ਰੂਪ, ਗੁਰੂ ਤਾਂ ਨਵੇਂ ਪਾਤਸ਼ਾਹੀ ਵੀ ਐ ਰੂਪ ਕਿਵੇਂ ਬਣ ਗਿਆ ਭਾਈ ਲਾਲਾ? ਭਾਈ ਲਾਲਾ ਅਲੜ ਮੁੰਡਾ ਨੌਜਵਾਨ ਹੈ। ਇਉਂ ਆਖਿਆ। ਅੰਤਰਜਾਮੀ ਦਿਲਾਂ ਦੀਆਂ ਜਾਣਨ ਵਾਲੇ ਨੌਵੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੰਕਤੀ ਵਿੱਚ ਬੋਲੇ। ਗੁਰੂ ਜੀ ਕਹਿੰਦੇ ਹਰ ਕਾ ਸੇਵਕ ਹਰ ਹੀ ਜਿਹਾ। ਬਣੋ ਆਪਾਂ ਸਾਰੇ ਸੇਵਕ ਗੁਰੂ ਦੇ ਬਣੋ, ਸੱਚ ਜਾਣੋ। ਮੈਂ ਕੋਈ ਆਪਦੀ ਪੂਜਾ ਆਪ ਗੁਰੂ ਮੱਥਾ ਨਹੀਂ ਟਿਕਾਉਣ ਆਇਆ। ਮੈਂ ਖੁਸ਼ ਹੁੰਦਾ ਜੇ ਗੁਰੂ ਨੂੰ ਮੱਥਾ ਟੇਕਦੇ। ਜਿਹੜਾ ਮੈਨੂੰ ਮੱਥਾ ਟੇਕਦਾ ਅਗਲੇ ਤੇ ਇੰਨੇ ਪਾਪ ਚੱਕਣੇ ਕਿਤੇ ਖਾਲਾ, ਇਹ ਗੱਲਾਂ ਬਹੁਤ ਔਖੀਆਂ। ਅਗਲਾ ਮੱਥਾ ਟੇਕਦਾ ਮਹਾਂਪੁਰਖਾਂ ਨੂੰ, ਉਹ ਕਿਉਂ ਟੇਕਦਾ? ਤੇ ਪਾਪ ਉਲਰ ਜਾਂਦੇ ਮਹਾਂਪੁਰਖਾਂ ਦੇ ਚਰਨ ਤੇ। ਜੇ ਕਮਾਈ ਵਾਲਾ ਮਹਾਂਪੁਰਖ ਦਾ ਚੱਕ ਸਕਦਾ, ਨਹੀਂ ਚੱਕ ਨਹੀਂ ਸਕਦਾ। ਗੱਲਾਂ ਕਰਨੀਆਂ ਬਹੁਤ ਸੌਖੀਆਂ। ਬਾਬਾ ਆਨੰਦ ਸਿੰਘ ਮਹਾਰਾਜ ਨੇ ਇੱਕ ਦਿਨ ਨਾ 10 ਵਾਰੀ ਮੱਥਾ ਟੇਕਿਆ ਸੱਚਖੰਡ ਦੇ ਵਿੱਚ। ਤੇ ਕੋਲੇ ਖੜਾ ਸੀ ਬਾਬਾ ਹਜੂਰਾ ਗੜਬਾਈ। ਉਹਨੇ ਆਖਿਆ ਪਾਤਸ਼ਾਹ ਅਸੀਂ ਤਾਂ ਇੱਕ ਵਾਰੀ ਵੀ
ਐਂ ਇਹ ਕਰਦੇ ਆ, ਤੁਸੀਂ 10 ਵਾਰੀ ਮੱਥਾ ਟੇਕਿਆ। ਬਾਬਾ ਜੀ ਕਹਿੰਦੇ ਉਹ ਸੰਗਤਾਂ ਆਉਂਦੀਆਂ ਤਾਸ਼ ਖੇਡਦੀਆਂ। ਬਾਬਾ ਜੀ ਕਹਿੰਦੇ ਜਦੋਂ ਅੰਦਰੋਂ ਆਈਦਾ, ਬਾਬਾ ਜੀ ਕਹਿੰਦੇ ਕਲਯੁਗੀ ਲੋਕ ਲੰਮੇ ਪੈ ਪੈ ਮੱਥੇ ਟੇਕਦੇ ਆ, ਉਹਨਾਂ ਦੇ ਪਾਪ ਉਲਰ ਜਾਂਦੇ ਆ। ਬਾਬਾ ਜੀ ਕਹਿੰਦੇ ਸਾਡੇ ਮੌਰਾਂ ਤਾਈਂ ਪਾਪ ਆਏ ਪਏ ਸੀ, ਅਸੀਂ ਸ੍ਰੀ ਅੰਮ੍ਰਿਤਸਰ ਜਾਣਾ ਸੀ। ਬਾਬਾ ਜੀ ਕਹਿੰਦੇ ਟਾਈਮ ਲੱਗ ਗਿਆ, ਜਾਇਆ ਨਹੀਂ ਗਿਆ। ਬਾਬਾ ਜੀ ਕਹਿੰਦੇ ਇਸ ਤਾਂ ਪਾਪ ਢੋਣ ਵਾਲੀਆਂ ਗੱਡੀਆਂ। ਬਾਬਾ ਜੀ ਕਹਿੰਦੇ ਇਸ ਤੋਂ ਸ੍ਰੀ ਅੰਮ੍ਰਿਤਸਰ ਜਾ ਕੇ ਨਾ ਤੇ ਸੰਗਤਾਂ ਦੇ ਪਾਪ ਡੁਬੋਣੇ ਸੀ, ਇਸ਼ਨਾਨ ਕਰਨਾ ਸੀ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤ। ਗੁਰੂ ਬਾਬਾ ਜੀ ਕਹਿੰਦੇ ਜਦੋਂ ਇੱਕ ਵਾਰੀ ਮੱਥਾ ਟੇਕਿਆ ਨਾ, ਕੁਛ ਥੋੜਾ ਸਰੀਰ ਹੌਲਾ ਹੋਇਆ। ਧੰਨ ਗੁਰੂ ਨਾਨਕ ਆਖਿਆ। ਕਹਿੰਦੇ ਜਦੋਂ ਦੂਜੀ ਵਾਰ ਮੱਥਾ ਟੇਕਿਆ, ਧੰਨ ਗੁਰੂ ਅੰਗਦ ਸਾਹਿਬ ਆਖਿਆ, ਉਦੋਂ ਹੋਰ ਹੌਲਾ ਹੋ ਗਿਆ। ਜਦੋਂ ਆਖਿਆ ਨਾ ਧੰਨ ਗੁਰੂ ਅਮਰਦਾਸ, ਉਦੋਂ ਹੋਰ ਹੌਲਾ ਹੋ ਗਿਆ। ਜਦੋਂ ਧੰਨ ਗੁਰੂ ਰਾਮਦਾਸ, ਉਦੋਂ ਹੋਰ ਹੌਲਾ ਹੋ ਗਿਆ। ਜਦੋਂ 10ਵੇਂ ਪਾਤਸ਼ਾਹ ਦਾ ਨਾਂ ਲਿਆ, ਐ 10 ਪਾਤਸ਼ਾਹ ਦਾ ਮੱਥਾ ਟੇਕ ਕੇ 10 ਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦਸ਼ਮੇਸ਼, ਜਦੋਂ ਮੱਥਾ ਟੇਕਿਆ, ਗੁਰੂ ਜੀ ਕਹਿੰਦੇ ਸਰੀਰ ਗੇਂਦੇ ਦੇ ਫੁੱਲ ਵਰਗਾ ਹੋ ਗਿਆ। ਮੱਥਾ ਟੇਕਿਆ ਕਹਿੰਦੇ ਚੰਗੀ ਤਰ੍ਹਾਂ। ਜੇ ਕਿਸੇ ਮਹਾਂਪੁਰਖ ਨੂੰ ਮੱਥਾ ਟੇਕਣਾ, ਉਹਦੇ 'ਚ ਅਧਿਕਾਰ ਹੋਵੇ, ਪਾਪ ਲੈਣ ਦਾ ਉਹਦੇ ਕੋਲ ਅਧਿਕਾਰ ਹੋਵੇ। ਪਾਪ ਚੀਜ਼ ਬਹੁਤ ਬੁਰੀ ਹੈ। ਪਾਪ ਕਹਿੰਦੇ ਥੋੜ੍ਹੀ ਘੜੀ ਗੱਲ ਹੈ, ਮਾਮੂਲੀ ਜੀ ਗੱਲ ਹੈ। ਕਈ ਨੱਕ ਚੜਾ ਲੱਗਦਾ ਕਿੰਨਾ ਪਾਪੀ ਆ ਇਹ, ਇਹਦਾ ਕਹਿੰਦੇ ਕੋਈ ਇਲਾਜ ਨਹੀਂ ਹੈ। ਕਈ ਡਾਕਟਰ ਜਵਾਬ, ਕਈ ਮੌਕੇ ਘਰ ਵਾਲੀ ਵੀ ਜਵਾਬ ਦੇ ਦਿੰਦੀ ਆ ਵੀ ਇਹਦੇ ਪਾਪ ਨੂੰ ਮੈਂ ਕੀ ਕਰਾਂ। ਪਾਪ ਦਾ ਕੋਈ ਇਲਾਜ ਨਹੀਂ। ਹਾਂ ਇਲਾਜ ਕਿਉਂ ਨਹੀਂ, ਇੱਥੇ ਇਲਾਜ ਆ। ਨਾਨਕ ਭਗਤਾ ਗੁਰੂ ਨਾਨਕ ਦੇ ਮਹਾਂਪੁਰਖ ਬਖਸ਼ੇ ਹੋਣ, ਨਾਨਕ ਭਗਤਾ ਸਦਾ ਵਿਗਾਸ। ਉਹਨਾਂ ਦਾ ਬਚਨ ਸੁਣਿਆ, ਦੁੱਖ ਪਾਪ ਕਾ ਨਾਸ਼। ਜੋ ਇਹ ਕਥਾ, ਹੁਣ ਜਿਹੜੇ ਬਚਨ ਸੁਣ ਰਹੇ ਨਾ, ਜੋ ਇਹ ਕਥਾ ਸੁਣੇ ਔਰ ਗਾਵੇ, ਦੁੱਖ ਪਾਪ ਤਾਂ ਨਿਕਟ ਨਾ। ਇਸ ਕਰਕੇ ਸਤਿਗੁਰਾਂ ਜੀ ਨੇ ਸੰਗਤਾਂ ਨੂੰ ਆਖਿਆ, ਜੇ ਭਾਈ ਇਹ ਭਾਈ ਲਾਲਾ ਸੇਵਾ ਕਰਦਾ, ਸਾਡਾ ਰੂਪ ਹੋ ਚੁੱਕਾ, ਤੇ ਇੱਥੇ ਨੂੰ ਮੰਜੀ ਬਖਸ਼ੀ, ਜਿੱਥੇ ਇੱਥੇ 40 ਦੀਵਾਨ ਲੱਗੇ, ਇੱਥੇ ਕੋਠਾ ਪਾ ਲਓ। ਭਾਈ ਲਾਲਾ ਇੱਥੇ 1 ਵਜੇ ਇਸ਼ਨਾਨ ਕਰਕੇ ਸਿਮਰਨ ਕਰਿਆ ਕਰੂ। ਜਿਹੜੇ 7 ਵਜੇ ਦੇ ਆਉਣ ਸਾਰ ਬਾਰ ਖੋਲ੍ਹਣ ਸਾਰ ਦਰਸ਼ਨ ਕਰਿਆ ਕਰਨਗੇ। ਜਿਵੇਂ ਹਨੇਰੀ ਆਈ ਤੋਂ ਅੰਬਾਂ ਦਾ ਬੂਰ ਝੜਦਾ, ਐਂ ਉਹਦੇ ਪਾਪ ਝੜ ਜਾ ਕਰਨਗੇ। ਕਈਆਂ ਨੇ ਆਖਿਆ ਹੋਇਆ ਤਾਂ ਆਪਣੇ ਪਿੰਡ ਦਾ ਲਾਲਾ ਹੀ ਆ ਨਾ। ਤੇ ਸਤਿਗੁਰ ਸੱਚੇ ਪਾਤਸ਼ਾਹ ਰਾਗੀਆਂ ਤੋਂ ਧਾਰਨਾ ਲਵਾਤੀ, ਧਾਰਨਾ ਲਵਾਤੀ। ਹਰ ਕਾ ਸੇਵਕ ਹਰ ਹੀ ਜੇਹਾ, ਹਰ ਹੀ ਜੇਹਾ। ਹਰ ਕਾ ਸੇਵਕ ਹਰ ਹੀ ਜੇਹਾ, ਹਰ ਹੀ ਜੇਹਾ। ਹਰ ਕਾ ਸੇਵਕ ਹਰ ਹੀ ਜੇਹਾ, ਹਰ ਹੀ ਜੇਹਾ। ਹਰ ਕਾ ਸੇਵਕ ਹਰ ਹੀ ਜੇਹਾ, ਹਰ ਹੀ ਜੇਹਾ। ਹਰ ਕਾ ਸੇਵਕ ਹਰ ਹੀ ਜੇਹਾ, ਹਰ ਹੀ ਜੇਹਾ। ਹਰ ਕਾ ਸੇਵਕ ਹਰ ਹੀ ਜੇਹਾ, ਹਰ ਹੀ ਜੇਹਾ। ਹਰ ਕਾ ਸੇਵਕ ਹਰ ਹੀ ਜੇਹਾ, ਹਰ ਹੀ ਜੇਹਾ। ਹਰ ਕਾ ਸੇਵਕ ਹਰ ਹੀ ਜੇਹਾ, ਹਰ ਹੀ ਜੇਹਾ। ਹਰ ਕਾ ਸੇਵਕ ਹਰ ਹੀ ਜੇਹਾ, ਹਰ ਹੀ ਜੇਹਾ। ਹਰ ਕਾ ਸੇਵਕ ਹਰ ਹੀ ਜੇਹਾ, ਹਰ ਹੀ ਜੇਹਾ। ਹਰ ਕਾ ਸੇਵਕ ਹਰ ਹੀ ਜੇਹਾ, ਹਰ ਹੀ ਜੇਹਾ। ਹਰ ਕਾ ਸੇਵਕ ਹਰ ਹੀ ਜੇਹਾ, ਹਰ ਹੀ ਜੇਹਾ। ਭੇਦ ਨ ਜਾਣ
ਜਾਣੋ ਮਾਨਸ ਦੇਹਾ, ਭੇਦ ਨ ਜਾਣੋ ਮਾਨਸ ਦੇਹਾ। ਭੇਦ ਨ ਜਾਣੋ ਮਾਨਸ ਦੇਹਾ, ਭੇਦ ਨ ਜਾਣੋ ਮਾਨਸ ਦੇਹਾ। ਨਾ ਜਾਣੋ ਮਾਨਸ ਦੇਹਾ, ਭੇਦ ਨ ਜਾਣੋ ਮਾਨਸ ਦੇਹਾ। ਭਾਈ ਲਾਲਾ ਖੱਬੇ ਪਾਸੇ ਬੈਠਾ ਸੀ, ਜਿਨ੍ਹਾਂ ਦਾ ਮਾੜਾ ਮੋਟਾ ਨਹੀਂ ਸੀ ਨਾ ਮਨ ਮੰਨਿਆ, ਧਾਰਨਾ ਜਦੋਂ ਲੱਗਦੀ ਸੀ, ਸਤਿਗੁਰੂ ਜੀ ਕਹਿੰਦੇ ਪਹਿਲਾਂ ਸਾਡੇ ਵੱਲ ਵੇਖੋ, ਫਿਰ ਭਾਈ ਲਾਲੇ ਵੱਲ ਵੇਖੋ। ਜਦੋਂ ਗੁਰੂ ਸਾਹਿਬ ਦਰਸ਼ਨ ਕੀਤੇ ਨਾ, ਗੁਰੂ ਸਾਹਿਬ ਤੇ ਭਾਈ ਲਾਲੇ ਦਾ ਰੰਚਕ ਮਾਤਰ ਵੀ ਫਰਕ ਨਹੀਂ ਸੀ। ਉਹਨੂੰ ਆਖਿਆ ਇਹ ਕਿ ਭੇਦ ਨ ਜਾਣੋ ਮਾਨਸ ਦੇਹਾ, ਭੇਦ ਨ ਜਾਣੋ ਮਾਨਸ ਦੇਹਾ। ਭੇਦ ਨ ਜਾਣੋ ਮਾਨਸ ਦੇਹਾ, ਭੇਦ ਨ ਜਾਣੋ ਮਾਨਸ ਦੇਹਾ। ਨਾ ਜਾਣੋ ਮਾਨਸ ਦੇਹਾ, ਭੇਦ ਨ ਜਾਣੋ ਮਾਨਸ ਦੇਹਾ। ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ। ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ। ਹਰ ਕਾ ਸੇਵਕ ਹਰ ਹੀ ਦੇਹਾ, ਹਰ ਹੀ ਦੇਹਾ। ਹਰ ਕਾ ਸੇਵਕ ਹਰ ਹੀ ਦੇਹਾ, ਹਰ ਹੀ ਦੇਹਾ। ਸੇਵਕ ਹਰ ਹੀ ਦੇਹਾ, ਹਰ ਹੀ ਦੇਹਾ। ਹਰ ਕਾ ਸੇਵਕ ਹਰ ਹੀ ਦੇਹਾ, ਹਰ ਹੀ ਦੇਹਾ। ਹੁਣ ਉਹ ਪਿੰਡ ਦਾ ਨਾਂ ਨਾ, ਹੁਣ ਬੋਰਡ ਬੱਸ ਸਟੈਂਡ ਕੋਲੇ ਸਿੱਖਾਂ ਵਾਲਾ ਪਿੰਡ ਹੈ। ਸਿੱਖਾਂ ਵਾਲਾ ਪਿੰਡ ਹੈ। ਹੱਲਾ ਪਿਆ ਨਾ, ਸਾਰੇ ਮੁਸਲਮਾਨ ਨਿਕਲ ਗਏ। ਉਹਨਾਂ ਘਰਾਂ ਦੇ ਵਿੱਚ ਪਾਕਿਸਤਾਨੀ ਸਿੱਖ ਆਣ ਕੇ ਬਹਿ ਗਏ ਸਾਰੇ। ਉੱਥੇ ਗੁਰੂ ਸਾਹਿਬ ਦਾ ਇਉਂ ਭਾਈ ਲਾਲੇ ਦਾ ਇਤਿਹਾਸ ਸੁਣਾਇਆ ਜਾਂਦਾ ਤੇ ਲਿਖਿਆ ਹੋਇਆ ਬੋਰਡ ਆ ਉੱਥੇ। ਹਰ ਕਾ ਸੇਵਕ ਹਰ ਹੀ ਜਿਹਾ ਸੁਆਓ। ਮਾਈ ਭਾਈ ਗੁਰਮਤ ਦੇ ਇਤਿਹਾਸਕ ਵਚਨ ਸੁਣਿਆ। ਇਹ ਵੀ ਆਪਣਾ ਕਰਮ ਹੀ ਚੰਗਾ, ਜਿਹੜਾ ਨੌਵੇਂ ਪਾਤਸ਼ਾਹ ਦਾ ਇਤਿਹਾਸ ਸੁਣ ਕੇ ਵਚਨ ਸੁਣ ਲਿਆ। ਇਹ ਵੀ ਕਰਮ ਚੰਗਾ ਵੀ ਜਿਹੜਾ ਭਾਈ ਲਾਲਾ ਗੁਰਸਿੱਖ ਗੁਰੂ ਦਾ ਰੂਪ ਬਣ ਗਿਆ। ਆਪਾਂ ਵੀ ਕਿਣਕਾ ਲੈ ਕੇ ਜਾਊ। ਜਦੋਂ ਬੰਦੇ ਨੂੰ ਚੱਕ ਕੇ ਤੁਰਦੇ ਨਾ, ਉੱਥੇ ਹੀ ਪਿਆਰ ਹੈ ਜਾਂਦਾ, ਉੱਥੇ ਪਿਆਰ ਹੈ ਜਾਂਦਾ। ਇਸ ਕਰਕੇ ਸਾਧ ਸੰਗਤ, ਇੱਕ ਬੁੜਾ ਸੀ ਮਰ ਗਿਆ, ਉਹਦਾ ਲੱਤਾਂ ਨੇ ਸਾਥ ਬਾਲੀਆਂ ਚੌੜੀਆਂ ਜਿਹੀਆਂ ਸੀ, ਤੇ ਸੀੜੀ ਅੱਗੇ ਬਣਾਉਂਦੇ ਸੀ ਐਂ ਕਾਨਿਆਂ ਦੀ, ਕਾਂ ਸੀੜੀ ਬਣਾ ਲਈ, ਬਾਹਰ ਸੀ ਤੰਗ। ਜਦੋਂ ਨੰਗਾਉਣ ਲੱਗੇ ਨਾ ਉਹਨੂੰ, ਤੇ ਤਾਕਤਾਂ ਵੱਢਣ ਲੱਗੇ ਚਗਾਠ। ਉਹਦੇ ਘਰ ਵਾਲੀ ਕਹਿੰਦੀ ਨਾ ਨਾ ਚਗਾਠ ਨਾ ਵੱਢੋ, ਇਹ ਤਾਂ ਮਰ ਗਿਆ, ਹੁਣ ਚਗਾਠ ਨੂੰ ਕੌਣ ਬਣਾਊ? ਕਹਿੰਦੇ ਨਗਾਈਏ ਕਿਵੇਂ? ਕਹਿੰਦੇ ਲਾਤੀ ਵੱਢ ਕੇ ਉਹਦੀ ਇਕੱਠੀ ਕਰ ਦਿਓ। ਘਰ ਵਾਲੀ ਕਹਿੰਦੀ ਲਾਤੀ ਵੱਢ ਕੇ ਨੇੜੇ ਕਰ ਦਿਓ, ਹੁਣ ਮਰ ਤਾਂ ਗਿਆ ਹੀ ਹੈ, ਇਹ ਇੰਨਾ ਹੀ ਹੈ ਬਸ। ਲੱਤ ਵੀ ਕਹਿੰਦੇ ਵੱਢ ਦਿਓ। ਇਸ ਕਰਕੇ ਆਓ ਮਾਈ ਭਾਈ ਗੁਰਸਿੱਖ ਅੰਮ੍ਰਿਤ ਵੇਲੇ ਉੱਠਿਓ, ਇਸ਼ਨਾਨ ਕਰਿਓ। ਤੁਹਾਡੀ ਆਤਮਾ, ਦਾਸ ਦੀ ਆਤਮਾ ਪਵਿੱਤਰ ਹੋ ਚੁੱਕੀ ਹੈ। ਖਾਲਸਾ ਪੰਥ ਤੱਕਰ ਗੁਰੂ ਕਲਗੀਧਰ ਪਾਤਸ਼ਾਹ ਬਾਬੇ ਨਾਨਕ ਤੋਂ ਆਪਣੀ ਹਾਜ਼ਰੀ ਲਾ ਗਈ ਹੈ। ਆਪਾਂ ਬਾਹਲੇ ਕਰਮਾਂ ਵਾਲੇ ਆ, ਬਾਹਲੇ ਵਧਾਈ ਦੇ ਪਾਤਰ ਹੈ, ਬੜੇ ਭਾਗਾਂ ਵਾਲੇ ਆ। ਸਾਰੀ ਕਿਰਪਾ ਨਾ ਜਿਹੜੇ ਦਵਾਨਾਂ ਦੀ ਇਹ ਜਾਂਦੇ ਇਉਂ ਕਿ ਉਹ ਵੀ ਗੁਰੂ ਰਾਮਦਾਸ ਦੀ ਕਿਰਪਾ, ਵੀ ਗੁਰੂ ਰਾਮਦਾਸ ਖੁਦ ਆਪ ਵਰਤਦੇ ਹੈ। ਸੱਚੇ ਰੱਦੇ ਨਾਲ ਮੈਂ ਕਹਿ ਇਉਂ ਕਿਹੋ ਤਾਂ ਇਉਂ ਨਾ ਕਿਹੋ ਬੱਦੜੀਆਂ ਬਾਬਾ ਜੀ ਆਏ ਤੇ ਬਾਬਾ ਜੀ ਦੀਵਾਨ ਲਵਾ ਰਹੇ। ਨਹੀਂ, ਮੈਂ ਤਾਂ ਚੌਕੀਦਾਰ ਹੀ ਬੜਿਆ ਰਵਨ, ਤੇ ਤਾਂ ਵੀ ਬਾਬਾ ਚੌਕੀਦਾਰ ਮੈਂ ਦੁਨੀਆ ਦਾ ਨਹੀਂ ਹੈ, ਨਾ ਮਾਇਆ ਦਾ ਚੌਕੀਦਾਰ, ਨਾ ਮੈਂ ਮਾਇਆ ਨਾਲ ਕਿਸੇ ਨਾਲ ਵਰਤਣਾ। ਜੇ ਮੈਂ ਤਾਂ ਚੌਕੀਦਾਰ ਗੁਰੂ ਨਾਨਕ ਦੇ ਦਰਬਾਰ ਦਾ। ਇਸ ਕਰਕੇ ਮਾਇਆ ਨਾਲ ਨਾ ਵਰਤਿਓ। ਕੋਈ ਇਹ ਨਾ ਕਿਹੋ ਬਾਬਾ ਜੀ ਖੁਸ਼ ਹੋ ਜਾਣਗੇ
ਜੇ ਬਾਬਾ ਜੀ ਨੂੰ 5000 ਰੁਪਈਆ ਮੱਥਾ ਟੇਕੀ ਔਖੇ ਹੋ ਕੇ, ਨਹੀਂ ਨਹੀਂ ਖੁਸ਼ ਨਹੀਂ ਹੋਣਾ। ਖੁਸ਼ ਤਾਂ ਜੇ ਤੁਸੀਂ ਇੱਥੇ ਗੁੜ ਦੀ ਡੱਡੀ ਵੀ ਰੱਖ ਦਿਓ ਨਾ ਤਾਂ ਵੀ ਖੁਸ਼ ਹੋ ਜਾਣਾ, ਜੇ ਦਾਤਰਾਂ ਲਿਆ ਕੇ ਰੱਖ ਦਿਓ ਤਾਂ ਵੀ ਖੁਸ਼ ਹੋ ਜਾਣਾ, ਜੇ ਲੰਮੇ ਪੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਤਾਂ ਵੀ ਖੁਸ਼ ਹੋ ਜਾਣਾ, ਜੇ ਬਚਨ ਮੰਨ ਲਓ ਅੰਮ੍ਰਿਤ ਛਕ ਲਓ ਫਿਰ ਤਾਂ ਖੁਸ਼ੀਆਂ ਵੀ ਤੁਹਾਡੇ ਪੈਰੀਆਂ ਥਲਾਉਣ ਤੱਕ ਮੈਂ ਜਾਊਂਗਾ। ਪੈਰਾ ਦੇਵੋ ਕਮਾਈ ਕਰਾਂਗੇ ਕੀ ਮਿਲੇਗਾ ਲੋਕ ਸੁਖੀਏ, ਪਰ ਲੋਕ ਸਹੇਲੇ ਨਾਨ ਕਰ ਪ੍ਰਭ ਆਪੇ ਮੇਲੇ। ਆਓ ਭਾਗਾਂ ਵਾਲਿਆਂ ਭਾਈ ਲਾਲੇ ਵਾਂਗੂ ਆਪਾਂ ਵੀ ਪ੍ਰੀਤੀ ਪਾਓ। ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ, 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 ਤੇਰੇ ਨਾਲ ਜੋੜ ਅਮਰ ਸੰਗ ਤੋੜੀ, 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 ਤੇਰੇ ਨਾਲ ਜੋੜ ਅਮਰ ਸੰਗ ਤੋੜੀ। ਥੋੜੀ ਗੱਡੀ ਨਾ ਹੁਣ 67 ਸਾਲ ਮਾਡਲ ਹੋ ਗਈ ਹੈ ਤੇ ਕੋਸਾ ਦੁਆਨ ਵਾਲੇ ਨਹੀਂ ਲੱਗੇ ਕਰਕੇ ਤੇ ਜਿਵੇਂ ਗੱਡੀ ਖੜੀ ਰਹਿੰਦੀ ਹੈ ਉਹ ਇਹਦੀ ਗਰਮ ਪਿਆਰੇ ਧਨੀਆ ਜਾਂ ਹੋਰ ਉਹ ਸਟਾਰਟ ਕਰਕੇ ਖੜਾ ਦਿੰਦੇ ਆ, ਫਿਰ ਰੇਸ ਉਸ ਫੜਦੀ ਹੈ। ਹੁਣ ਹੌਲੀ ਹੌਲੀ ਰੇਸ ਫੜੀ ਜਾਂਦੀ ਧਾਰਨ ਹੌਲੀ ਹੌਲੀ ਸਟਾਰਟ ਹੋਈ ਤਾਂ ਤੇ ਜਿਉਂ ਜਿਉਂ ਸਟਾਰਟ ਹੋਈਦਾ ਫਿਰ ਤੇ ਗੱਡੀ ਰੇਸ ਫੜ ਲੈਂਦੀ ਆ। ਇਸ ਕਰਕੇ 67 ਮਾਡਲ ਹੋ ਗਈ ਗੱਡੀ ਤੇ ਕਰਮਾਂ ਦੇ ਨਾਲ ਸਾਥ ਮਿਲਿਆ ਹੈ। ਇਸੇ ਤਰ੍ਹਾਂ ਪੜ੍ਹਦੇ ਜਾਇਓ, ਪੈਰਾ ਦਿਓ, ਬਚਨ ਸੁਣ ਕੇ ਅਮਲ ਕਰੋ। ਸੱਚੀ ਪ੍ਰੀਤੀ ਜੀ ਮੈਂ ਤੇਰੇ 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 ਨਾਲ ਜੋੜੀ, ਸੱਚੀ ਪ੍ਰੀਤੀ ਜੀ ਮੈਂ ਤੇਰੇ ਤੇਰੇ ਨਾਲ ਜੋੜਿਆ, ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ, 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 ਤੇਰੇ ਨਾਲ ਜੋੜਿਆ ਵਰ ਸੰਗ ਤੋੜੀ, 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 ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ, ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ, ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ, ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ। ਮੂਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੁਟੈ, ਤੋਰੀ ਨਾ ਟੂਟੈ ਛੋਰੀ ਨਾ ਛੁਟੈ, ਐਸੀ ਮਾਧੋ ਮਾਧੋ ਖਿੰਚ ਖਿੰਚ ਤਣੀ, ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ, 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 ਤੇਰੇ ਨਾਲ ਜੋੜਿਆ ਵਰ ਸੰਗ ਤੋੜੀ, 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 ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ, ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ, ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ,
ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ ਤੇਰੇ ਨਾਲ ਜੋੜਿਆ ਵਰ ਸੰਗ ਤੋੜੀ 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 ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ 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 ਹਰ ਜਸ ਗਾਇਓ ਸੰਤ ਜਨਾ ਮਿਲ 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 ਕੋਟ ਜਨਮ ਕੇ ਦੁਖ ਗਵਾਇਓ ਕੋਟ ਜਨਮ ਕੇ ਦੁਖ ਗਵਾਇਓ ਚਾਹਤ ਸੋਈ ਮਨ ਪਾਇਓ ਜੋ ਚਾਹਤ ਸੋਈ ਮਨ ਪਾਇਓ ਹਰ ਕਿਰਪਾ ਹਰ ਨਾਮ ਦਿਵਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਗੁਰ ਪ੍ਰਸਾਦ ਨਾਨਕ ਮਤ ਹਰ ਪਾਈ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਸ੍ਰੀ ਵਾਹਿਗੁਰੂ ਜੀ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਰਠ ਮਹੱਲਾ ਪੰਜਵਾ ਅਬਨਾਸੀ ਜੀਆਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਦਾਨ ਭਗਤਨ ਕਉ ਬਰਤਨ ਬਿਰਲਾ ਪਾਵੇ ਕੋਈ ਅਵਨਾਸੀ ਜੀਆਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਦਾਨ ਭਗਤਨ ਕਉ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਹਾਉ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਸਤਨਾਮ ਸ੍ਰੀ ਵਾਹਿਗੁਰੂ